हेलो, प्रेज द लॉर्ड। आइए इस समय अपनी ਅੱਖਾਂ ਨੂੰ ਬੰਦ ਕਰਾਂਗੇ ਤੇ ਆਪਣੇ ਸਿਰਾਂ ਨੂੰ ਖੁਦਾ ਦੀ ਹਜ਼ੂਰੀ ਵਿੱਚ ਝੁਕਾਵਾਂਗੇ। ਪਾਕ ਕਲਾਮ ਦੇ ਲਈ ਜੋ ਖੁਦਾਵੰਦ ਅੱਜ ਸਾਨੂੰ ਦੇਣਾ ਚਾਹੁੰਦਾ ਹੈ, ਅਸੀਂ ਇਹਦੇ ਵਾਸਤੇ ਪ੍ਰਾਰਥਨਾ ਕਰਾਂਗੇ ਕਿ ਖੁਦਾ ਸਾਡੇ ਜ਼ਿਹਨਾਂ ਨੂੰ ਖੋਲ੍ਹੇ ਔਰ ਆਪਣੀ ਆਤਮਾ ਦੇ ਵਸੀਲੇ ਨਾਲ ਸਾਡੇ ਨਾਲ ਗੱਲਬਾਤ ਕਰੇ ਔਰ ਅਸੀਂ ਇਸ ਕਲਾਮ ਦੇ ਵਸੀਲੇ ਨਾਲ ਖੁਦਾ ਦੀ ਕੁਵਤ ਨੂੰ, ਖੁਦਾ ਦੀ ਬਰਕਤ ਨੂੰ ਹਾਸਲ ਕਰ ਸਕੀਏ। ਸੋ ਦੁਆ ਕਰਾਂਗੇ। ਜ਼ਿੰਦਾ ਖੁਦਾ, ਮਿਹਰਬਾਨ ਪਰਮੇਸ਼ਵਰ, ਪ੍ਰਭੂ ਜੀ, ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਮਹਿਮਾ ਦੇ ਲਈ ਖੁਦਾਵੰਦ ਸਾਨੂੰ ਇਸ ਜਗ੍ਹਾ 'ਤੇ ਇਕੱਠਾ ਕੀਤਾ ਤੇ ਆਪਣੀ ਆਵਾਜ਼ ਨੂੰ ਸੁਣਨ ਲਈ ਸਾਨੂੰ ਤਿਆਰ ਕੀਤਾ। ਖੁਦਾਵੰਦ, ਤੇਰੇ ਕਲਾਮ ਦੇ ਵਸੀਲੇ ਨਾਲ ਜਦੋਂ ਤੂੰ ਪ੍ਰਭੂ ਸਾਡੇ ਨਾਲ ਗੱਲ ਕਰੇ, ਹੋਣ ਦਿਓ ਕਿ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਜੇਨ 'ਚ ਲੈ ਲਈਏ ਔਰ ਤੇਰਾ ਕਲਾਮ ਸਾਡੀਆਂ ਜ਼ਿੰਦਗੀਆਂ 'ਚ ਆ ਕੇ 100 ਗੁਣਾ ਫਲਦਾਰ ਬਣੇ ਔਰ ਪ੍ਰਭੂ ਸਾਡੇ ਜੀਵਨ ਇਸ ਵਚਨ ਦੇ ਦੁਆਰਾ ਤਬਦੀਲ ਹੋਣ ਤੇ ਅਸੀਂ ਤੇਰੇ ਆਗਮਨ ਦੇ ਲਈ ਖੁਦਾ ਬਾਪ ਇਸ ਕਲਾਮ ਦੇ ਵਸੀਲੇ ਤਿਆਰ ਹੋਈਏ। ਹਰ ਇੱਕ ਜ਼ਿੰਦਗੀ ਦੇ ਅੰਦਰ ਤੇਰੀ ਕੁਵਤ ਆਏ, ਤੇਰੀ ਬਰਕਤ ਆਏ। ਪ੍ਰਭੂ, ਇਸ ਵਚਨ ਦੇ ਵਸੀਲੇ ਆਪਣੇ ਲੋਕਾਂ ਨਾਲ ਗੱਲ ਕਰ, ਤੇਰੇ ਨਾਂ ਨੂੰ ਜਲਾਲ ਮਿਲੇ ਤੇ ਸਾਨੂੰ ਸਾਰਿਆਂ ਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬਰਕਤ ਮਿਲੇ। ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਆਈਏ ਖੁਦਾ ਦੇ ਪਾਕ ਕਲਾਮ 'ਚੋਂ ਅਸੀਂ ਦੇਖਾਂਗੇ, ਜਿਵੇਂ ਅਸੀਂ ਪਿਛਲੇ ਦਿਨਾਂ 'ਚ ਵੀ ਇਸ ਵਿਸ਼ੇ ਦੇ ਉੱਤੇ, ਇਸ ਟੌਪਿਕ ਦੇ ਉੱਤੇ ਗੱਲ ਕਰ ਰਹੇ ਸੀਗੇ ਔਰ ਅਸੀਂ ਦੇਖ ਰਹੇ ਸੀ ਕਿ ਖੁਦਾ ਦੇ ਕਲਾਮ ਦੇ ਬਾਰੇ ਦੇ ਵਿੱਚ ਪਰਮੇਸ਼ਵਰ ਦੇ ਵਚਨ ਦੀ ਜਿਹੜੀ ਸਿੱਖਿਆ ਹੈ, ਉਹ ਨਾ ਹੋਣ ਦੇ ਕਾਰਨ ਅੱਜ ਬਹੁਤ ਸਾਰੇ ਲੋਕ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵਿਨਾਸ਼ ਦੀ ਵੱਲ ਵਧ ਰਹੇ ਨੇ, ਨਾਸ਼ ਹੋ ਰਹੇ ਨੇ। ਜਿਹਨੂੰ ਅਸੀਂ ਖੁਦਾ ਦੇ ਨਬੀ ਹੋਸ਼ੇ ਦੀ ਕਿਤਾਬ ਦੇ ਵਿੱਚੋਂ ਦੇਖਿਆ ਸੀ, ਜਿਹਦਾ 4 ਅਧਿਆਏ ਉਹਦੇ 6ਵੇਂ ਕਲਾਮ ਦੇ ਬਾਰੇ 'ਚ ਅਸੀਂ ਗੱਲ ਕਰ ਰਹੇ ਸਾਂ, ਜਿੱਥੇ ਲਿਖਿਆ ਖੁਦਾ ਆਪਣੇ ਨਬੀ ਦੇ ਦੁਆਰਾ ਗੱਲ ਕਰਦਾ ਕਹਿੰਦਾ, ਮੇਰੀ ਪਰਜਾ ਬਿਨਾਂ ਗਿਆਨ ਦੇ ਨਾਸ਼ ਹੋ ਰਹੀ ਹੈ। ਤੋ ਇਹਦੇ 'ਚ ਕੋਈ ਦੋ ਰਾਹ ਨਹੀਂ, ਕੋਈ ਸ਼ੱਕ ਨਹੀਂ ਹੈ। ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਫੋਲਦੇ ਹਾਂ, ਜਦੋਂ ਅਸੀਂ ਆਪਣੇ ਆਲੇ ਦੁਆਲੇ ਨੂੰ ਵੇਖਦੇ ਹਾਂ, ਖਾਸ ਕਰਕੇ ਜਿਹੜੇ ਲੋਕ ਮਸੀਹ ਅਖਵਾਉਂਦੇ ਨੇ, ਜਦੋਂ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੇਖਦੇ ਹਾਂ, ਤੌਬਾ ਕੀਤੇ ਹੋਏ, ਬਪਤਿਸਮਾ ਲਏ ਹੋਏ ਲੋਕਾਂ ਨੂੰ ਦੇਖਦੇ ਹਾਂ, ਚਰਚ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਦੇਖਦੇ ਹਾਂ, ਤਾਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਅਸੀਂ ਇਸ ਚੀਜ਼ ਨੂੰ ਜਾਣ ਲੈਂਦੇ ਹਾਂ ਕਿ ਵਾਕਿਆ ਹੀ ਖੁਦਾ ਦੇ ਲੋਕ ਵੀ ਜਿਹੜੇ ਖੁਦਾ ਦੇ ਅਖਵਾਉਂਦੇ ਨੇ, ਗਿਆਨ ਪੂਰਾ ਨਾ ਹੋਣ ਦੀ ਵਜ੍ਹਾ ਦੇ ਨਾਲ ਉਹ ਆਪਣੀਆਂ ਜ਼ਿੰਦਗੀਆਂ ਨੂੰ ਨਾਸ਼ ਕਰ ਰਹੇ ਨੇ। ਔਰ ਬਾਈਬਲ 'ਚ ਜਦੋਂ ਖੁਦਾ ਦੇ ਬੰਦੇ ਨੇ ਇਸ ਕਲਾਮ ਨੂੰ ਦਰਜ ਕੀਤਾ ਰੂਹ ਦੀ ਅਗਵਾਈ ਦੇ ਨਾਲ, ਤਾਂ ਉਹਨੇ ਕਿਹਾ, ਮੇਰੀ ਪਰਜਾ ਮੇਰੇ ਬਿਨਾਂ ਗਿਆਨ ਦੇ ਕੀ ਹੋ ਰਹੀ ਹੈ? ਨਾਸ਼ ਹੋ ਰਹੀ ਹੈ। ਉਹਨਾਂ ਕੋਲ ਸਮਝ ਨਹੀਂ ਹੈ, ਉਹਨਾਂ ਕੋਲ ਗਿਆਨ ਨਹੀਂ ਹੈ ਔਰ ਉਹ ਨਾਸ਼ ਹੋ ਰਹੇ ਹੈ। ਜੇ ਅਸੀਂ ਗਿਆਨ ਦੀ ਗੱਲ ਕਰੀਏ ਤਾਂ ਖੁਦਾ ਦੇ ਕਲਾਮ 'ਚ ਦੂਸਰਾ ਹਿੱਸਾ ਹੈ ਜਿਹਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਦਾ ਨੌਲੇਜ ਆਫ ਦਾ ਵਰਡ ਆਫ ਗॉड, ਪਰਮੇਸ਼ਵਰ ਦੇ ਕਲਾਮ ਦੀ ਸਿੱਖਿਆ ਜਾਂ ਖੁਦਾ ਦੇ ਕਲਾਮ ਦਾ ਗਿਆਨ ਕੀ ਹੈ। ਅਸੀਂ ਪਰਮੇਸ਼ਵਰ ਦੇ ਵਚਨ 'ਚੋਂ ਦੇਖ ਰਹੇ ਹਾਂ। ਤੋ ਜਦੋਂ ਅਸੀਂ ਦੇਖੀਏ ਪਰਮੇਸ਼ਵਰ ਦੇ ਕਲਾਮ 'ਚੋਂ ਕਹਾਵਤਾਂ ਦੀ ਕਿਤਾਬ, ਨੀਤੀ ਵਚਨ, ਪ੍ਰੋਵਰਸ ਜਦੋਂ ਦੇਖਦੇ ਹਾਂ ਤਾਂ ਉਹਦਾ ਇੱਕ ਬਾਪ, ਉਹਦਾ 7ਵਾਂ ਕਲਾਮ ਜਦੋਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਉੱਥੇ ਰਾਜਾ ਸੁਲੇਮਾਨ ਸਮਝ ਦੀ ਗੱਲ ਕਰਦਾ ਹੈ ਕਿ ਈਸ਼ਵਰੀਆ ਗਿਆਨ, ਖੁਦਾ ਦੇ ਕਲਾਮ ਦਾ ਗਿਆਨ ਜਾਂ ਖੁਦਾ ਦੀ ਵੱਲੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਹੈ, ਜਿਹੜਾ ਸਮਝ ਸਾਨੂੰ ਮਿਲਦੀ ਹੈ, ਉਹ ਸਾਨੂੰ ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰ ਸਕਦੇ। ਕਿਉਂ ਸਾਡੇ ਕੋਲ ਗਿਆਨ ਨਹੀਂ? ਇਹ ਤਾਂ ਅਸੀਂ ਦੇਖ ਲਿਆ ਕਿ ਵਚਨ ਦੇ ਬਿਨਾਂ, ਗਿਆਨ ਦੇ, ਖੁਦਾ ਦੇ ਗਿਆਨ ਦੇ ਬਗੈਰ ਲੋਕ ਕੀ ਹੋ ਰਹੇ ਨੇ? ਨਾਸ਼ ਹੋ ਰਹੇ ਨੇ। ਖੁਦਾ ਦੇ ਕਲਾਮ ਦੇ ਵਿੱਚੋਂ ਅਸੀਂ ਪੜ੍ਹਿਆ, ਗਿਆਨ ਨਾ ਹੋਣ ਕਰਕੇ ਕੀ ਹੋ ਰਹੇ ਨੇ? ਉਹ ਨਾਸ਼ ਹੋ ਰਹੇ ਨੇ। ਹਾਲੇਲੂਇਆ।
ਸੋ ਪਰਮੇਸ਼ਵਰ ਦਾ ਵਚਨ ਸਾਨੂੰ ਇਸ ਗੱਲ ਲਈ ਬਿਆਨ ਕਰਦਾ, ਖੁਦਾ ਦਾ ਕਲਾਮ ਸਾਨੂੰ ਦੱਸਦਾ ਆ ਕਿ ਪਰਮੇਸ਼ਵਰ ਦੇ ਵਚਨ ਦੇ ਬਗੈਰ ਲੋਕ ਉਹਦੇ ਕਲਾਮ ਦਾ ਗਿਆਨ ਉਹਨਾਂ ਕੋਲ ਨਹੀਂ ਆ, ਇਸ ਕਰਕੇ ਉਹ ਨਾਸ਼ ਹੋ ਰਹੇ ਨੇ। ਹੁਣ ਪਰਮੇਸ਼ਵਰ ਦਾ ਬੰਦਾ ਰਾਜਾ ਸੁਲੇਮਾਨ ਇਸ ਗੱਲ ਨੂੰ ਬਿਆਨ ਕਰਦਾ। ਜਦੋਂ ਅਸੀਂ ਨੀਤੀ ਵਚਨ ਪ੍ਰੋਵਰਬਸ ਕਹਾਵਤਾਂ ਦੀ ਜਿਹੜੀ ਕਿਤਾਬ ਆ, ਜਦੋਂ ਅਸੀਂ ਉਹਨੂੰ ਪੜ੍ਹਦੇ ਆ ਇੱਕ ਬਾਪ ਉਹਦੇ 7 ਕਲਾਮ ਦੇ ਵਿੱਚ, ਤਾਂ ਉੱਥੇ ਕੀ ਕਹਿੰਦਾ ਹੈ, ਪੜ੍ਹੀਏ। यहोवा का भय मानना बुद्धि का मूल्य है। ਹਾਂ, ਯਹੋਵਾ ਦਾ ਡਰ ਗਿਆਨ ਦਾ ਕੀ ਹੈ, ਮੂਲ ਹੈ, ਗਿਆਨ ਦਾ ਆਰੰਭ ਹੈ, ਗਿਆਨ ਦਾ ਸ਼ੁਰੂ ਹੈ। ਤੋ ਅਸੀਂ ਦੇਖਿਆ ਹੋਸ਼ੇ ਕਹਿ ਰਿਹਾ ਮੇਰੀ ਪ੍ਰਜਾ, ਖੁਦਾ ਨੇ ਕਿਹਾ ਹੋਸ਼ੇ ਦੇ ਦੁਆਰਾ ਆਪਣੀ ਪ੍ਰਜਾ ਨੂੰ ਕਿ ਮੇਰੀ ਪ੍ਰਜਾ ਬਿਨਾਂ ਗਿਆਨ ਦੇ ਕੀ ਹੋ ਰਹੀ ਹੈ, ਨਾਸ਼ ਹੋ ਰਹੀ ਹੈ। ਉਹਨਾਂ ਕੋਲ ਗਿਆਨ ਨਹੀਂ ਹੈ ਪਰਮੇਸ਼ਵਰ ਨੂੰ ਜਾਣਨ ਦਾ, ਪਰਮੇਸ਼ਵਰ ਨੂੰ ਪਹਿਚਾਨਣ ਦਾ, ਪਰਮੇਸ਼ਵਰ ਦੇ ਰਾਜ਼ ਦੇ ਬਾਰੇ ਔਰ ਪਰਮੇਸ਼ਵਰ ਦੀ ਕਲੀਸਿਆ ਦੇ ਬਾਰੇ, ਔਰ ਖਾਸ ਕਰਕੇ ਉਹਨਾਂ ਕੋਲ ਗਿਆਨ ਹੀ ਨਹੀਂ ਆਪਣੇ ਦੁਸ਼ਮਣ ਦੀ ਪਹਿਚਾਨ ਕਰਨ ਦਾ। ਉਹਨਾਂ ਨੂੰ ਪਤਾ ਨਹੀਂ ਹੈ ਕਿ ਜਿਹੜੀ ਅੱਜ ਸਾਨੂੰ ਸਲੂਨੀਆਂ ਗੱਲਾਂ ਕਰਦੇ ਆ, ਜਿਹੜੀਆਂ ਸਾਨੂੰ ਅੱਜ ਮਜ਼ੇਦਾਰ ਗੱਲਾਂ ਸੁਝਦੀਆਂ ਨੇ, ਜਿਹੜੀਆਂ ਅੱਜ ਸਾਡੀ ਜ਼ਿੰਦਗੀ 'ਚ ਸਾਨੂੰ ਐਸ਼ੋ ਆਰਾਮ ਤੇ ਸਾਨੂੰ ਬਹੁਤ ਸਵਾਦਲੀਆਂ ਗੱਲਾਂ ਲੱਗਦੀਆਂ ਨੇ, ਇਹ ਸਾਡੀ ਜ਼ਿੰਦਗੀ 'ਚ ਸਾਨੂੰ ਨਾਸ਼ ਵੱਲ ਲੈ ਕੇ ਜਾ ਰਹੀਆਂ ਨੇ। ਇਹ ਗਿਆਨ ਨਹੀਂ ਹੈ ਉਹਨਾਂ ਦੇ ਕੋਲ, ਇਸ ਚੀਜ਼ ਦੀ ਪਰਖ ਕਰਨ ਦਾ ਗਿਆਨ ਨਹੀਂ। ਤਾਂ ਮੈਂ ਪਿਛਲੇ ਐਪੀਸੋਡ 'ਚ ਯਾਨੀ ਪਿਛਲੇ ਹਿੱਸੇ 'ਚ, ਪਿਛਲੇ ਕਲਾਮ 'ਚ ਅਸੀਂ ਇਹ ਬਿਆਨ ਕਰ ਰਹੇ ਸੀ ਕਿ ਪੌਲੁਸ ਕਹਿੰਦਾ ਇਬਰਾਨੀਆਂ 13:9 ਦੇ ਵਿੱਚ ਕਹਿੰਦਾ ਕਿ ਤੂੰ ਨਾਨਾ ਪ੍ਰਕਾਰ ਦੀ ਸਿੱਖਿਆ ਤੋਂ ਬਚੀ। ਇਹ ਸਾਨੂੰ ਗਿਆਨ ਹੀ ਨਹੀਂ ਆ ਕਿ ਸ਼ੈਤਾਨ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਦਾ ਰੂਪ ਦੇ ਵਿੱਚ, ਯਾਨੀ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਇਸ ਤਰੀਕੇ ਨਾਲ ਕੰਮ ਕਰ ਰਿਹਾ ਕਿ ਕਈ ਤਰ੍ਹਾਂ ਦੀ ਸਿੱਖਿਆ ਨੂੰ ਉਹਨੇ ਸਾਡੇ ਵਿੱਚ ਲਿਆ ਕੇ ਖੜਾ ਕੀਤਾ ਹੈ ਤੇ ਅਸੀਂ ਉਹਦੀ ਸਿੱਖਿਆਵਾਂ ਵਿੱਚ ਫਸਦੇ ਜਾ ਰਹੇ ਹਾਂ। ਸਾਨੂੰ ਐਕਚੁਅਲ ਜੋ ਪ੍ਰਭੂ ਸਿਖਾਉਣਾ ਚਾਹੁੰਦਾ ਅਸਲ ਵਿੱਚ ਉਹਦੇ ਬਾਰੇ ਸਾਡੇ ਕੋਲ ਗਿਆਨ ਹੀ ਨਹੀਂ, ਅਸੀਂ ਪਤਾ ਹੀ ਨਹੀਂ ਹੈ ਸਾਨੂੰ ਕਿ ਪਰਮੇਸ਼ਵਰ ਮੇਰੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੋਲੋਂ ਕੀ ਚਾਹੁੰਦਾ ਹੈ। ਸੋ ਖੁਦਾ ਦਾ ਕਲਾਮ ਕਹਿੰਦਾ ਹੈ, ਇਬਰਾਨੀ 'ਚ ਕਹਿੰਦਾ ਨਾਨਾ ਪ੍ਰਕਾਰ ਦੀ ਸਿੱਖਿਆ ਤੋਂ ਬਚੇ। ਅੱਜ ਦੇਖੋ ਸੰਸਾਰ ਦੇ ਅੰਦਰ ਮਸੀਹ ਲੋਕਾਂ ਦੇ ਲਈ ਖਾਸ ਕਰਕੇ ਮੈਂ ਬੋਲ ਰਿਹਾ, ਕਿੰਨੇ ਤਰ੍ਹਾਂ ਦੀ ਸਿੱਖਿਆ ਸੰਸਾਰ ਵਿੱਚ ਚੱਲ ਰਹੀ ਹੈ। ਸੰਸਾਰ ਵਿੱਚ ਲੋਕ ਇਸ ਸਿੱਖਿਆ ਦੇ ਦੁਆਰਾ ਆਪਣੇ ਜ਼ਿੰਦਗੀਆਂ ਨੂੰ ਨਾਸ਼ ਕਰ ਰਹੇ, ਜਿਹੜੀ ਸ਼ੈਤਾਨ ਦੇ ਵੱਲੋਂ ਖੜੀ ਕੀਤੀ ਗਈ ਹੈ। ਤਾਂ ਪੌਲੁਸ ਨੇ ਇਸੇ ਲਈ ਤਾਂ ਕਿਹਾ ਇਬਰਾਨੀਆਂ ਦੀ ਪੱਤਰੀ 'ਚ ਕਹਿੰਦਾ ਤੁਸੀਂ ਨਾਨਾ ਪ੍ਰਕਾਰ ਦੀ ਸਿੱਖਿਆ ਤੋਂ ਬਚ ਜਾਇਆ ਜੇ। ਫਿਰ ਮੱਤੀ ਦੀ ਇੰਜੀਲ 'ਚ ਅਸੀਂ ਦੇਖਿਆ ਸੀਗਾ 7 ਬਾਬ ਉਹਦੇ 15ਵੇਂ ਕਲਾਮ ਦੇ ਵਿੱਚ ਕਹਿੰਦਾ ਤੁਸੀਂ ਝੂਠੇ ਨਬੀਆਂ ਤੋਂ ਕੀ ਰਵੋ, ਹੁਸ਼ਿਆਰ ਰਵੋ। ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ। ਬਾਈਬਲ ਦੇ ਵਿੱਚ ਜਿਹੜਾ ਇਸ ਵਕਤ ਸਭ ਤੋਂ ਜ਼ਿਆਦਾ ਸ਼ੈਤਾਨ ਜਿਹੜਾ ਲੋਕਾਂ ਨੂੰ ਖਰਾਬ ਕਰ ਰਿਹਾ, ਲੋਕਾਂ ਨੂੰ ਜ਼ਿੰਦਗੀਆਂ ਨੂੰ ਨਾਸ਼ ਕਰ ਰਿਹਾ, ਉਹ ਝੂਠੀਆਂ ਭਵਿੱਖਬਾਣੀਆਂ, ਝੂਠੇ ਨਬੀ ਖੜੇ ਹੋ ਗਏ ਨੇ ਜਿਹੜੇ ਅਲੱਗ-ਅਲੱਗ ਪਖੰਡਬਾਜ਼ੀਆਂ ਕਰਕੇ ਪਰਮੇਸ਼ਵਰ ਦੇ ਲੋਕਾਂ ਨੂੰ ਨਾਸ਼ ਵੱਲ ਲੈ ਕੇ ਜਾ ਰਹੇ ਆ। ਔਰ ਉਹ ਲੋਕ ਬਚ ਨਹੀਂ ਰਹੇ, ਲੋਕ ਸਮਝ ਨਹੀਂ ਪਾ ਰਹੇ। ਲੋਕਾਂ ਦੇ ਕੋਲ ਇਹ ਸੈਂਸ ਨਹੀਂ ਆ ਕਿ ਉਹ ਪਹਿਚਾਣ ਕਰ ਲੈਣ ਆਪਣੇ ਦੁਸ਼ਮਣ ਦੀ। ਤਾਂ ਦੁਸ਼ਮਣ ਦੀ ਪਹਿਚਾਣ ਕਰਾਉਂਦਾ ਹੈ ਖੁਦਾ ਦੇ ਕਲਾਮ ਦਾ ਗਿਆਨ। ਹਾਲੇਲੂਇਆ, ਹਾਲੇਲੂਇਆ। ਜੇ ਅਸੀਂ ਆਪਣੇ ਦੁਸ਼ਮਣ ਨੂੰ ਪਛਾਣਨਾ ਆ ਤੇ ਸਾਡੇ ਕੋਲ ਪਰਮੇਸ਼ਵਰ ਦੇ ਕਲਾਮ ਦਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸੇ ਲਈ ਹੋਸ਼ੇ ਨੇ ਕਹਾ ਕਿ ਮੇਰੀ ਪ੍ਰਜਾ, ਖੁਦਾ ਦੇ ਕਲਾਮ 'ਚ ਲਿਖਿਆ, ਪਰਮੇਸ਼ਵਰ ਨੇ ਕਿਹਾ ਹੋਸ਼ੇ ਦੇ ਦੁਆਰਾ ਕਿ ਮੇਰੀ ਪ੍ਰਜਾ ਬਿਨਾਂ ਗਿਆਨ ਦੇ ਨਾਸ਼ ਹੋ ਰਹੀ ਹੈ। ਅੱਜ ਮਸੀਹ ਲੋਕਾਂ ਦੇ ਵਿਨਾਸ਼ ਦਾ ਕਾਰਨ ਬਿਨਾਂ ਗਿਆਨ ਦੇ ਹੋਣਾ ਹੈ। ਉਹ ਗਿਆਨ ਲੈਣਾ ਨਹੀਂ ਚਾਹ ਰਹੇ। ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰਤਾ ਹੀ ਉਹਨਾਂ ਦੇ ਜੀਵਨ 'ਚ ਬਿਲਕੁਲ ਨਹੀਂ ਹੈਗੀ ਕਿ ਉਹ ਪਰਮੇਸ਼ਰ ਦੇ ਵਚਨ ਨੂੰ ਸਿੱਖਣ। ਅਸੀਂ ਦੇਖਿਆ ਨਾ, ਅੱਜ ਕੱਲ੍ਹ ਦੇਖੋ ਤੁਸੀਂ, ਬੰਦਗੀ ਸ਼ੁਰੂ ਹੁੰਦੀ ਹੈ, ਲੋਕ ਸਾਰਾ ਦਿਨ ਗੀਤ ਗਾਉਂਦੇ ਰਹਿਣਗੇ, ਪੂਰੀ ਰਾਤ, ਅੱਧੀ ਰਾਤ ਤੱਕ ਗੀਤਾਂ ਤੇ ਕੰਮ ਚੱਲਦਾ ਰਹਿੰਦਾ ਹੈ। ਢੋਲ ਢਮੱਕੇ ਪੂਰੇ ਚੱਲਦੇ ਨੇ, ਸਾਜ਼ਾਂ ਬਾਜਾਂ ਨਾਲ ਪੂਰੇ ਖਾੜੇ ਲੱਗੇ ਹੁੰਦੇ ਨੇ। ਖਾੜੇ ਹੀ ਕਹਿ ਸਕਦੇ ਸੀ, ਇਸ ਤਰ੍ਹਾਂ ਦਾ ਮਾਹੌਲ ਬਣਿਆ। ਲੋਕ ਬਿਨ ਗਿਆਨ ਨੇ, ਲੋਕ ਨੋਟ ਉਹਨਾਂ ਤੇ ਸੁੱਟਦੇ ਨੇ। ਬਾਈਬਲ ਦੀ ਕੋਈ ਐਸੀ ਤਾਲੀਮ ਨਹੀਂ ਹੈ। ਲੋਕ ਉਹਨਾਂ ਦੇ ਉੱਤੋਂ ਦੀ ਜਾ ਕੇ ਲਿਫਾਫਿਆਂ 'ਚ ਨੋਟ ਕੱਢ ਕੇ ਤਾਂ ਨੂੰ ਡਾ ਰਹੇ ਨੇ। ਇਹ ਅਗਿਆਨਤਾ ਹੈ। ਵਰਸ਼ਿਪਰ, ਆਰਾਧਕ, ਖੁਦਾ ਦੇ ਬੰਦਗੀ ਕਰਨ ਵਾਲੇ ਲੋਕਾਂ ਲਈ ਇਹ ਅਗਿਆਨਤਾ ਆ ਜੇ ਉਹ ਇਦਾਂ ਦਾ ਕੰਮ ਕਰਦੇ ਆ। ਉਹ ਸ਼ੈਤਾਨ ਨੂੰ ਫਸਲਾ ਰਿਹਾ, ਵਾਹ ਹੋ ਰਹੀ ਹੈ, ਨਾਮ ਖੱਟਿਆ ਜਾ ਰਿਹਾ, ਨਾਮ ਦੀ ਕਮਾਈ ਚੱਲ ਰਹੀ ਹੈ, ਆਪਣਾ ਨਾਮ ਵੱਡਾ ਕਰ ਲਓ, ਪੈਸਾ ਕਮਾ ਲਓ, ਪੈਸੇ ਪਿੱਛੇ ਦੌੜ ਚੱਲ ਰਹੀ ਹੈ।
तो ये अज्ञानता है कि ਅਸੀਂ ਦੌੜ ਰਹੇ ਹਾਂ ਕਿਹਦੇ ਪਿੱਛੇ? ਪੈਸੇ ਪਿੱਛੇ। ਅਗਿਆਨਤਾ ਹੈ ਕਿ ਅਸੀਂ ਦੌੜ ਰਹੇ ਆਪਣੇ ਆਪ ਨੂੰ ਦੁਨੀਆ 'ਚ ਉੱਚਾ ਕਰਨ ਵਾਸਤੇ, ਜਦ ਕਿ ਖੁਦਾ ਦਾ ਕਲਾਮ ਕਹਿੰਦਾ ਤੂੰ ਧੀਰਜ ਰੱਖ, ਨਬਰ ਰਹਿ, ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ 'ਚ ਦੀਨ ਕਰ, ਹੰਬਲ ਬਣ, ਬਲਵੰਤ ਹੱਥਾਂ ਹੇਠ ਦੇ ਦੇ ਤੇ ਉਹ ਸਮਾਂ ਆਊਗਾ ਤੈਨੂੰ ਉੱਚਿਆਂ ਵੀ। ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਉੱਚਿਆਂ ਆਪਣੇ ਆਪ ਨੂੰ ਨਹੀਂ ਕਰੋਗੇ ਤਾਂ ਖੁਦਾ ਤੁਹਾਨੂੰ ਉੱਥੇ ਰੱਖੇਗਾ। ਜੇ ਤੁਸੀਂ ਖੁਦਾ ਦੀ ਇੱਛਾ ਨੂੰ ਸਮਝੋਗੇ ਤਾਂ ਖੁਦਾ ਸਮਾਏਗਾ, ਤੁਹਾਨੂੰ ਉੱਚਿਆਂ ਵੀ ਕਰੇਗਾ। ਤੋ ਅਗਿਆਨਤਾ ਹੈ ਇਹ ਸਾਰੀਆਂ ਚੀਜ਼ਾਂ। ਮਸੀਹ ਲੋਕਾਂ ਦੇ ਵਿੱਚ ਜ਼ਿਆਦਾ ਅਗਿਆਨਤਾ ਦੇ ਕਾਰਨ ਹੀ ਉਹ ਲੋਕ ਜਿਹੜੇ ਆ ਆਪਣੇ ਆਪ ਨੂੰ ਨਾਸ਼ ਕਰ ਰਹੇ ਆ। ਤੋ ਕਹਿੰਦਾ ਤੁਸੀਂ ਝੂਠੇ ਨਬੀਆਂ ਤੋਂ ਕੀ ਹੋਵੋ? ਸੁਚੇਤ ਹੋ ਜਾਓ, ਹੁਸ਼ਿਆਰ ਹੋ ਜਾਓ, ਕਿਉਂਕਿ ਸ਼ੈਤਾਨ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਨੂੰ ਸਾਡੇ 'ਚ ਲੈ ਕੇ ਆ ਰਿਹਾ ਔਰ ਉਸ ਸਿੱਖਿਆ ਦੇ ਦੁਆਰਾ ਸਾਡਾ ਕੀ ਕਰ ਰਿਹਾ? ਨਾਸ਼ ਕਰ ਰਿਹਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਕਿਸੇ ਦੇ ਘਰ ਨੂੰ ਨਾਸ਼ ਕਰਨਾ ਹੋਵੇ ਨਾ, ਜਾਂ ਕਿਸੇ ਦੇ ਬੱਚੇ ਨੂੰ ਨਾਸ਼ ਕਰਨਾ ਹੋਵੇ, ਜਾਂ ਕਿਸੇ ਨੂੰ ਵੀ ਦੁਸ਼ਮਣ ਦੀ ਪਾਲਿਸੀ ਹੈ ਵੀ ਉਹਨੂੰ ਹਥਿਆਰ ਨਾਲ ਨਾਸ਼ ਕਰਨ ਦੀ ਲੋੜ ਨਹੀਂ, ਉਹਨੂੰ ਸਿੱਖਿਆ ਗਲਤ ਦੇ ਦਿਓ, ਗਲਤ ਸੰਗਤੀ ਦੇ ਦਿਓ। ਤੇ ਗਲਤ ਸੰਗਤੀ ਜਾਣ ਦੇ ਨਾਲ ਬੰਦਾ ਆਪਣੇ ਆਪ ਹੀ ਕੀ ਹੋ ਜਾਂਦਾ? ਨਾਸ਼। ਤੇ ਸ਼ੈਤਾਨ ਵੀ ਅੱਜ ਮਸੀਹ ਲੋਕਾਂ ਦੇ ਅੰਦਰ ਇਸ ਪਾਲਿਸੀ ਨਾਲ ਕੰਮ ਕਰ ਰਿਹਾ। ਉਹ ਕਹਿੰਦਾ ਮੈਨੂੰ ਤਲਵਾਰਾਂ ਨਾਲ ਮਸੀਹ ਲੋਕਾਂ ਨਾਲ ਲੜਨ ਦੀ ਲੋੜ ਨਹੀਂ, ਮੈਨੂੰ ਕਲੀਸਿਆ ਨਾਲ, ਯਿਸੂ ਦੇ ਲੋਕਾਂ ਨਾਲ, ਮੈਨੂੰ ਡਾਂਗਾਂ ਨਾਲ ਲੜਨ ਦੀ ਲੋੜ ਨਹੀਂ। ਉਹਨੂੰ ਤਲੀਮ ਗਲਤ ਦੇ ਦਿਓ ਤੇ ਜਦੋਂ ਗਲਤ ਤਲੀਮ ਉਹਦੇ ਅੰਦਰ ਆ ਗਈ, ਬੰਦੇ ਨੇ ਆਪੇ ਹੀ ਨਾਸ਼ ਹੋ ਜਾਣਾ। ਹਜ਼ਾਰਾਂ ਜ਼ਿੰਦਗੀਆਂ ਨੂੰ ਅਸੀਂ ਵੇਖਦੇ ਹਾਂ, ਕਈਆਂ ਦੇ ਬੱਚੇ ਜਵਾਨ ਨਾਸ਼ ਹੋ ਰਹੇ ਨੇ, ਵਿਭਿਚਾਰ 'ਚ ਜਾ ਰਹੇ ਨੇ, ਹਰਾਮਕਾਰੀ 'ਚ ਜਾ ਰਹੇ ਨੇ, ਝੂਠ, ਗੰਦਮੰਦ, ਲੁੱਚ-ਪੁਣੇ 'ਚ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਕਿ ਹੌਲੀ ਜੀ ਕੋਈ ਯਾਰ ਬਣਿਆ, ਹੌਲੀ ਜੀ ਕੋਈ ਭੈਣ ਭਰਾ ਆਇਆ ਔਰ ਉਹਨੇ ਗਲਤ ਤਲੀਮ ਤੇ ਲਾਤਾ, ਬੱਚਾ ਮਾਂ-ਬਾਪ ਦੇ ਹੱਥਾਂ 'ਚ ਨਿਕਲ ਗਿਆ, ਨਾਸ਼ ਹੋ ਗਿਆ। ਹਾਲਾਂਕਿ ਉਹ ਇਹ ਨਹੀਂ ਜਾਣ ਰਿਹਾ ਕਿ ਮੇਰਾ ਨਾਸ਼ ਹੋ ਰਿਹਾ, ਮੈਂ ਗਲਤ ਤਲੀਮ ਜਾਈ। ਸੱਚ ਤਾਂ ਬਾਈਬਲ 'ਚ ਲਿਖਿਆ ਤੂੰ ਆਪਣੇ ਮਾਂ-ਬਾਪ ਦੀ ਤਲੀਮ ਨੂੰ ਫੜੀ ਰੱਖੀ ਤੇ ਬਜ਼ੁਰਗ ਅਵਸਥਾ 'ਚ ਵੀ ਉਹਨਾਂ ਨੂੰ ਤੁਛ ਨਾ ਜਾਣੀ। ਤੋ ਜਿਹੜੇ ਲੋਕ ਪ੍ਰਭੂ ਦੇ ਲੋਕ ਨੇ ਉਹ ਵਚਨ ਦੇ ਗਿਆਨ ਦੇ ਨਾਲ ਚੱਲਦੇ ਆ, ਤੇ ਜੇ ਵਚਨ ਦਾ ਗਿਆਨ ਨਹੀਂ, ਅੱਜ ਉਹ ਲੋਕ ਨਾਸ਼ ਹੋ ਰਹੇ ਨੇ ਜਿਨ੍ਹਾਂ ਕੋਲ ਖੁਦਾ ਦਾ ਗਿਆਨ ਨਹੀਂ। ਤੇ ਖੁਦਾ ਦਾ ਗਿਆਨ ਉਹਨਾਂ ਕੋਲ ਨਹੀਂ ਜਿਨ੍ਹਾਂ ਦੇ ਅੰਦਰ ਖੁਦਾ ਦਾ ਖੌਫ ਨਹੀਂ, ਖੁਦਾ ਦਾ ਡਰ ਨਹੀਂ। ਕਿਉਂਕਿ ਜਿਹੜਾ ਸੁਲੇਮਾਨ ਇਹ ਗੱਲ ਕਹਿ ਰਿਹਾ, ਕਹਿੰਦਾ ਪਰਮੇਸ਼ਰ ਦਾ ਬੰਦਾ ਇੱਕ ਕਲਾਮ ਦੇ 7 ਵਚਨ 'ਚ ਕਿ ਜੇ ਬੁੱਧਵਾਨ ਕਿਸੇ ਨੇ ਹੋਣਾ ਆ ਤੇ ਬੁੱਧ ਦਾ ਮੂਲ ਖੁਦਾ ਦਾ ਖੌਫ ਹੈ, ਖੁਦਾ ਦਾ ਡਰ ਹੈ। ਤੇ ਖੁਦਾ ਦਾ ਡਰ ਉਹਦੇ 'ਚ ਜਿਹੜਾ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦਾ। ਤੇ ਪਰਮੇਸ਼ਰ ਦੀ ਇੱਛਾ ਇਹ ਹੈ ਕਿ ਤੂੰ ਪੰਜਵਾਂ ਹੁਕਮ ਕੀ? ਆਪਣੇ ਮਾਂ-ਬਾਪ ਦੀ ਕੀ ਕਰਨਾ? ਇੱਜ਼ਤ ਕਰਨਾ, ਆਗਿਆਕਾਰੀ ਕਰਨਾ, ਤੂੰ ਜ਼ਨਾ ਨਾ ਕਰਨਾ, ਤੂੰ ਚੋਰੀ ਨਾ ਕਰਨਾ। ਇਹ ਹੈ ਖੁਦਾ ਦਾ ਕਲਾਮ। ਇਹਨਾਂ ਹੁਕਮਾਂ 'ਚ ਖੁਦਾ ਦਾ ਖੌਫ ਨਜ਼ਰ ਆਉਂਦਾ ਹੈ। ਹਾਲੇਲੂਇਆ। ਤੋ ਜਦੋਂ ਇਹ ਹੁਕਮ ਅਸੀਂ ਆਪਣੀ ਜ਼ਿੰਦਗੀ 'ਚ ਪੂਰੇ ਕਰਾਂਗੇ, ਖੁਦਾ ਦਾ ਖੌਫ ਸਾਡੀ ਜ਼ਿੰਦਗੀ ਵਿੱਚ ਨਜ਼ਰ ਆਏਗਾ। ਤੇ ਜਦੋਂ ਖੁਦਾ ਦਾ ਖੌਫ ਸਾਡੀ ਜ਼ਿੰਦਗੀ 'ਚ ਹੋਏਗਾ ਤੇ ਉਹੀ ਖੌਫ ਸਾਨੂੰ ਗਿਆਨ ਦੇਗਾ ਬੁਰਾਈ ਤੋਂ ਬਚਣ ਦਾ। ਹਾਲੇਲੂਇਆ, ਹਾਲੇਲੂਇਆ। ਉਹ ਗਿਆਨ ਸਾਨੂੰ ਮਿਲੇਗਾ ਜਦੋਂ ਖੁਦਾ ਤੋਂ ਡਰਾਂਗੇ। ਖੁਦਾ ਦਾ ਡਰ ਸਾਡੇ ਅੰਦਰ ਗਿਆਨ ਪੈਦਾ ਕਰੇਗਾ ਕਿ ਅਸੀਂ ਕਿਸ ਤਰ੍ਹਾਂ ਇਸ ਫਾਨੀ ਦੁਨੀਆ 'ਚ ਸ਼ੈਤਾਨ ਦੀ ਸਿੱਖਿਆ ਤੋਂ ਬਚਣਾ ਹੈ, ਕਿਉਂਕਿ ਨਾਸ਼ ਕਰਨ ਲਈ ਸ਼ੈਤਾਨ ਅੱਜ ਕੁਛ ਨਹੀਂ ਕਰ ਰਿਹਾ। ਉਹ ਸਿੱਖਿਆ ਜਿਹੜੀ ਆ ਉਹਨੂੰ ਉਲਟਾ ਕਰਕੇ ਸਾਡੇ ਵਿੱਚ ਦੇ ਰਿਹਾ। ਗਲਤ ਸਿੱਖਿਆ ਦੇ ਦੁਆਰਾ ਲੋਕ ਨਾਸ਼ ਹੋ ਰਹੇ ਆ। ਔਰ ਬਾਈਬਲ 'ਚ ਸਾਫ਼ ਲਿਖਿਆ, ਹੋਸ਼ੇ ਦੀ ਕਿਤਾਬ 4:6 ਵਿੱਚ ਕਹਿੰਦਾ ਮੇਰੀ ਪ੍ਰਜਾ ਬਿਨਾਂ ਗਿਆਨ ਦੇ ਕੀ ਹੋ ਰਹੀ ਹੈ? ਨਾਸ਼ ਹੋ ਰਹੀ ਹੈ। ਤੋ ਬਿਨਾਂ ਗਿਆਨ ਦੇ ਨਾਸ਼ ਹੋ ਰਹੇ ਨੇ ਅੱਜ ਪਰਮੇਸ਼ਵਰ ਦੇ ਲੋਕ। ਤੋ ਜੇ ਉਹ ਨਾਸ਼ ਹੋਣ ਤੋਂ ਬਚਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਦਾ ਮੈਡੀਟੇਸ਼ਨ ਕਰਨ ਦੀ ਲੋੜ ਹੈ। ਖੁਦਾ ਦੇ ਕਲਾਮ ਨੂੰ ਰੋਜ਼ ਪੜ੍ਹਨ ਦੀ ਲੋੜ ਆ। ਖੁਦਾ ਦੇ ਕਲਾਮ ਨੂੰ ਰੋਜ਼ ਮੰਨਣ ਕਰਨ ਦੀ ਲੋੜ ਆ ਤੇ ਕਲਾਮ ਤੇ ਅਮਲ ਕਰਨ ਦੀ ਵੀ ਲੋੜ ਹੈ। ਬਹੁਤੀ ਵਾਰੀ ਲੋਕ ਕਲਾਮ ਪੜ੍ਹਦੇ ਜ਼ਰੂਰ ਨੇ, ਲੋਕ ਸੁਣਦੇ ਜ਼ਰੂਰ ਨੇ, ਲੋਕਾਂ ਨੂੰ ਵੀ ਸੁਣਾਈ ਜਾਂਦੇ ਨੇ, ਪਰ ਆਪ ਉਹਨਾਂ ਕਲਾਮ ਦੀਆਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਦੇ। ਸੋ ਪਰਮੇਸ਼ਵਰ ਦੇ ਵਚਨ ਦਾ ਗਿਆਨ ਪਰਮੇਸ਼ਵਰ ਦੇ ਡਰ ਰੱਖਣ ਨਾਲ ਪ੍ਰਾਪਤ ਹੁੰਦਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦਾ ਗਿਆਨ, ਰੱਬ ਦੇ ਕਲਾਮ ਦਾ ਗਿਆਨ ਕਦੋਂ ਮਿਲਦਾ? ਜਦੋਂ ਬੰਦਾ ਖੁਦਾ ਤੋਂ ਡਰਦਾ ਹੈ। ਹਾਲੇਲੂਇਆ। ਤੇ ਜਦੋਂ ਬੰਦਾ ਖੁਦਾ ਤੋਂ ਡਰਦਾ ਹੈ, ਉਹਦੇ ਕੋਲ ਕਲਾਮ ਦਾ ਗਿਆਨ ਆਉਂਦਾ, ਉਹ ਕਲਾਮ ਨੂੰ ਸਮਝਦਾ ਹੈ। ਨੂੰਹ ਦੀ ਜਦੋਂ ਅਸੀਂ ਗੱਲ ਨੂੰ ਵੇਖਦੇ ਹਾਂ ਬਾਈਬਲ ਚੋਂ, ਤੇ ਬਾਈਬਲ 'ਚ ਲਿਖਿਆ ਵਾ ਕਿ ਨੂੰਹ ਧਰਮੀ ਸੀ ਤੇ ਖੁਦਾ ਦਾ ਭੈ ਮੰਨਣ ਵਾਲਾ ਸੀ। ਹਾਲੇਲੂਇਆ। ਤੋ ਖੁਦਾ ਦਾ ਕਲਾਮ ਨੂੰਹ ਕੋਲ ਆਇਆ, ਪੂਰੀ ਪ੍ਰਿਥਵੀ ਦੇ ਉੱਤੇ, ਪੂਰੀ ਦੁਨੀਆ ਦੇ ਉੱਤੇ
खुदा दा कलाम नूह कोल आया। क्यों कलाम उहदे कोल आया? क्योंकि वो खुदा दा भै रखदा सी, खुदा दे नाल चलदा सी, खुदा दा धर्मी बंदा सी। और खुदा दा कलाम जो पृथ्वी ते आया, पूरी पृथ्वी दे उत्ते, पूरे संसार दे अंदर नूह नूं खुदा दा कलाम समझ आया। हालेलुया, हालेलुया। हुण नूह दे वसीले दे नाल पूरी धरती दे उस समय दे लोकां दे विच सारियां च कलाम गया। उन्हें सब नूं कलाम सुनाया। की क्या? लोको तौबा करो, क्योंकि खुदा ने क्या, खुदा दे योजना आ, खुदा दा कलाम मेरे कोल आया जे, मैं पछाण लिया जे, खुदा दा कलाम ये जे कि जल परलो आउण वाली ते पृथ्वी नाश होण वाली। ये खुदा दा कलाम सी उहदे कोल। हुण नूह खुदा तो डरदा सी, खुदा दा धर्मी बंदा सी, खुदा दे नाल चलदा सी, उहने कलाम नूं पहचान लिया। बट पूरी दुनिया नूं वो ये कलाम दुहाई दिंदा रहा भी पछाण लो, लोको तौबा कर लो। पर किसी ने भी इस गल नूं ना पहचानिया कि जिहड़ा नूह गल्लां करदा आ ये मरदे खुदा आ ते ये खुदा दे कलाम दी गल करदा। लोकां ने इस कलाम नूं ना पहचानिया। क्यों नहीं पछाणिया? क्यों नहीं ये कलाम दा ज्ञान उन्हां दी समझ आया? क्यों ये कलाम दी गल उन्हां दे दिल विच नहीं वसी? क्यों ना सुनना नहीं चाहया? क्योंकि उन्हां विच खुदा दा भै नहीं सी, उन्हां विच खुदा दा डर नहीं सी। वो खुदा तो डरदे नहीं सी, उन्हां नूं डर नहीं लग रहा सी खुदा तो। अज भी मसीह अखवाउण वाले लोग खुदा तो डरदे ही नहीं, खुदा दा भै ही नहीं उन्हां दी जिंदगी च। तौबा कीती है, फिर भी पाप, व्यभिचार, झूठ, फरेब, सब धोखाधड़ी चल रही है। चर्च जाण तो उन्हां नूं टाइम नहीं है, इधर उधर टाइम पास करते हैं, है ना। बहुत सारे पाप दे विच फसे है, यारियां, दोस्तियां, टैलीफोन, इंटरनेट, सब कुछ। खुदा दा भै ही नहीं। ये नहीं पता कि खुदा दा कलाम कहण दिया लोको तौबा कर लो, दिन आखिरी चलण दे ने, समा नेड़े। इस गल दा कदी ज्ञान ही नहीं किसी नूं हुंदा। असीं ये बाइबल पढ़ लैने, वचन मत्ती 4:17 पढ़ लैने, तौबा करो क्यों जो समा नेड़े, तौबा करो क्यों जो समा नेड़े। इहो ही नूह भी कहंदा रहा, नूह भी कहंदा रहा लोकां नूं, तौबा करो समा नेड़े जे, तौबा करो टाइम थोड़ा जे, तौबा करो जल परलो आउण वाली जे। पर किसी ने खुदा दे कलाम नूं पछाणिया नहीं। सेम थिंग्स अज भी लोग इदां ही कर रहे ने। अज लोकां नूं तौबा करके भी लोग तौबा दे विच नहीं। तौबा कीती है, बंदगी च जांदे हैं, ऐतवार दा पता बाइबल हत्थ च हैगी, कोल हैगी है, पर 2-2 महीने 3-3 महीने बाइबल पढ़ी ही नहीं। दिन किहड़े चल रहे ने? आखिरी महामारियां आउणगियां, महामारियां आ रही ने, भुचाल आउणगे, भुचाल दे झटके लग रहे है ना। राज ते राज चढ़ाई करेगा, कौम ते कौम चढ़ाई करेगी, देश ते देश चढ़ाई करेगा, सब कुछ पूरा हो रहा है, वचन च लिखिया, फिर भी पता नहीं लग रहा। समझ ही नहीं है कि असीं आखिरी समय च रह रहे, रब दा नाम लै लईए, खुदा दा खौफ रखिए, पाप तो बचीए, पाप करने छड़ दीए, फिर भी साडे अंदर कोई समझ नहीं। तो नूह ने दुहाई दित्ती लोकां नूं, कलाम लोकां नूं सुणाया, पर किसी ने कलाम नूं मन्निया नहीं। अज दी तरह अज भी लोग नहीं मन रहे। गलत गलत सिक्ख्या च अज भी लोग गलत गलत सिक्ख्यां दे विच लगे हुए हैं। पर सही सिक्ख्या कलाम दी उस वक्त इंसान चाहेगी जदों इंसान खुदा नूं सरैंडर करेगा, उहदे धर्म नूं पहन लेगा, उहदे डर नूं अपने विच रखेगा, उहदे तो डरेगा, ते खुदा दी गल उहनूं समझ आउणी है। जिहदे विच खुदा दा डर नहीं, उहनूं खुदा दी गल दी समझ नहीं आउणी। उहनूं खुदा दी गल नहीं समझ आउंदी, ते ना ही उहनूं खुदा दी गल चंगी लगदी है। उहनूं खुदा दी गल भी नहीं चंगी लगदी, खुदा दा कलाम नहीं जे चंगा लगदा, बाइबल पढ़ना उहदे वस दी गल नहीं जे, वचन सुनना उहदे वस दी गल नहीं जे, क्योंकि उहदे च खुदा दा डर नहीं जे। ते खुदा दा डर उहदे च नहीं, ते जिहदे च डर नहीं वो नाश वल वध रिहा, वो नाश हो रहा। सो उहने दुहाई दित्ती नूह ने, पर किसी ने ना सुनिया। अंत की होया? जल परलो आई ते पूरी दी पूरी सृष्टि दा की कर दिता, ते बचया कौन? नूह ते नूह दा परिवार बचया। पर अज इदां नहीं जी होना। बाइबल ने बयान कर दिता जी, जिहड़ा नेचा करेगा सिर्फ वो ही बचाया। नूह दे नाल नूह दा परिवार बच गया। उन्हें कहा जा अपने परिवार नूं भी नाल। बाइबल च लिखिया जे तौबा कर तू तेरा घराना बचेगा। पर घराना वो बचना आ जिहड़े बंदे ने तौबा कीती ते परिवार उहदी तौबा दे नाल चलदा है, वो परिवार बचना जी। अज इदां नहीं जी कि परिवार बंदे ने तौबा कर ली तो बच्चे भावें बीवी ने तौबा की, बंदा भावें जो मर्जी करेगी तो बच जाएगा। नहीं,
ਜੇ ਤੋਬਾ ਕੀਤੀ ਹੈ ਤੇ ਜਿਹੜਾ ਉਹਦੀ ਤੋਬਾ ਨੂੰ ਐਕਸੈਪਟ ਕਰੇਗਾ, ਜਿਹੜਾ ਉਹਦੀ ਤੋਬਾ ਦੇ ਨਾਲ ਸਹਿਮਤ ਹੋਏਗਾ ਤੇ ਖੁਦ ਪਰਮੇਸ਼ਰ ਦੇ ਨਾਲ ਜੁੜੇਗਾ, ਘਰਾਣਾ ਪੂਰਾ ਉਹੀ ਘਰਾਣਾ ਪੂਰਾ ਬੱਚੇ। ਤੋਬਾ ਕਰਨ ਤੋਂ ਭਾਵ ਇਹ ਆ, ਤੋਬਾ ਕਰ ਯਾਨੀ ਕਿ ਤੋਬਾ ਕਰਕੇ ਤੇ ਆਪਣੇ ਘਰਾਣੇ ਨੂੰ ਵੀ ਤੋਬਾ ਕਰਵਾ। ਤੋ ਘਰਾਣਾ ਕਈ ਵਾਰੀ ਤੋਬਾ ਵੀ ਕਰ ਲੈਂਦਾ ਪਰ ਫਿਰ ਵੀ ਤੋਬਾ ਵਾਲੇ ਕੰਮ ਨਹੀਂ ਕਰਦਾ, ਉਹ ਨਿਖੜ ਜਾਂਦਾ ਹੈ, ਝੁੰਡ ਤੋਂ ਬਾਹਰ ਹੋ ਜਾਂਦਾ ਹੈ। ਤੇ ਇਹ ਵੀ ਇੱਕ ਸ਼ੈਤਾਨ ਦਾ ਪੈਕੇਜ ਹੈ, ਸ਼ੈਤਾਨ ਦੀ ਇੱਕ ਪਲਾਨਿੰਗ ਹੈ। ਸ਼ੇਰ ਨੇ ਜਦੋਂ ਸ਼ਿਕਾਰ ਕਰਨਾ ਹੋਏ ਪਤਾ ਕੀ ਕਰਦਾ ਜੀ? ਸ਼ੇਰ ਨੇ, ਧਿਆਨ ਨਾਲ ਸੁਣਿਆ ਜੇ, ਸ਼ੇਰ ਨੇ ਜਦੋਂ ਸ਼ਿਕਾਰ ਕਰਨਾ ਹੋਵੇ ਕਰਦਾ ਕੀ ਹੈ? ਸ਼ੇਰ ਦਹਾੜਦਾ ਆ। ਕੀ ਮਾਰਦਾ? ਦਹਾੜ ਮਾਰਦਾ ਆ। ਤੇ ਦਹਾੜ ਮਾਰਦਾ ਜਦੋਂ ਤੇ ਬਹੁਤ ਸਾਰੇ ਬੱਚੇ, ਬਹੁਤ ਸਾਰੇ ਝੁੰਡ ਦੇ ਘੱਟ ਨੌਲੇਜ ਵਾਲੇ ਲੋਕ ਜਿਹੜੇ ਆ ਉਹਦੀ ਦਹਾੜ ਸੁਣ ਕੇ ਡਰ ਕੇ ਤੇ ਇਹ ਸੋਚਦੇ ਆ ਕਿ ਅਸੀਂ ਭੱਜ ਜਾਈਏ ਇੱਧਰ ਉੱਧਰ, ਤੇ ਇੱਧਰ ਉੱਧਰ ਭੱਜ ਜਾਂਦੇ ਨੇ, ਯਾਨੀ ਝੁੰਡ ਨੂੰ ਨਿਖੜ ਜਾਂਦੇ ਨੇ। ਤੇ ਜਦੋਂ ਨਿਖੜ ਜਾਂਦੇ ਨੇ, ਸ਼ੇਰ ਕੱਲਾ ਕਰਕੇ ਉਹਨੂੰ ਕੀ ਕਰ ਦਿੰਦਾ? ਉਹਦਾ ਸ਼ਿਕਾਰ ਕਰ ਦਿੰਦਾ ਹੈ। ਪਰ ਜੇ ਝੁੰਡ ਵਿੱਚ ਰਹਿਣਗੇ, ਏਕਤਾ 'ਚ ਰਹਿਣਗੇ, ਕਦੀ ਝੁੰਡ ਦੇ ਉੱਤੇ ਸ਼ੇਰ ਹਮਲਾ ਨਹੀਂ ਕਰਦਾ, ਝੁੰਡ ਦੇ ਉੱਤੇ ਸਿਰਫ ਦਹਾੜਦਾ ਹੀ ਏ ਤਾਂ ਕਿ ਅਸੀਂ ਖੇਰੂ ਖੇਰੂ ਹੋਈਏ, ਡਰ ਜਾਈਏ। ਔਰ ਜਦੋਂ ਅਸੀਂ ਕੱਲੇ ਕੱਲੇ ਹੋ ਜਾਂਦੇ ਆ, ਫਿਰ ਕੱਲੇ ਕੱਲੇ ਨੂੰ ਸ਼ੇਰ ਮਾਰਦਾ। ਇਸ ਲਈ ਪਰਿਵਾਰ ਇੱਕ ਜੁਆਇੰਟ ਆ, ਇੱਕ ਕੀ ਕਹਿ ਸਕਦੇ ਆ, ਇੱਕ ਯੂਨਿਟੀ ਆ। ਔਰ ਸ਼ੈਤਾਨ ਨੇ ਸਿੱਖਿਆ ਇਹੋ ਜਿਹੀ ਤੁਹਾਡੇ 'ਚ ਪਾਉਣੀ, ਤੁਹਾਡੇ ਦਿਮਾਗ ਨੂੰ ਇਹੋ ਜਿਹਾ ਕਰਨਾ ਕਿ ਉਹ ਤੁਹਾਨੂੰ ਪਰਿਵਾਰ ਨੂੰ ਵੱਖਰਾ ਕਰੇਗਾ। ਤੁਸੀਂ ਅਲੱਗ ਹੀ ਤਰ੍ਹਾਂ ਦੇ ਹੋ ਜਾਓਗੇ, ਤੁਸੀਂ ਵੱਖਰੇ ਰਹੋਗੇ, ਵੱਖਰਾ ਰਹਿਣਾ ਭਾਲੋਗੇ। ਔਰ ਜਦੋਂ ਤੁਸੀਂ ਵੱਖਰਾ ਰਹਿਣਾ ਭਾਲੋਗੇ, ਉਹੀ ਤੁਹਾਡਾ ਜਿਹੜਾ ਡੇਂਜਰਸ ਪੁਆਇੰਟ ਆ, ਤੁਹਾਨੂੰ ਸ਼ੈਤਾਨ ਉੱਥੇ ਖਤਮ ਕਰੇਗਾ। ਜਦੋਂ ਭਰਾ ਭੈਣ ਦੀ ਆਪਸ 'ਚ ਨਹੀਂ ਬਣੇਗੀ, ਜਦੋਂ ਮਾਂ ਪਿਓ ਦੀ ਆਪਸ 'ਚ ਨਹੀਂ ਬਣੇਗੀ, ਇੱਕ ਦੂਜੇ ਦੇ ਨਾਲ ਮਿਲਾਪ ਨਹੀਂ ਹੋਏਗਾ ਤੁਹਾਡਾ, ਸ਼ੈਤਾਨ ਤੁਹਾਨੂੰ ਅਲੱਗ ਕਰੇਗਾ। ਫਿਰ ਉਹ ਤੁਹਾਡੇ ਕੋਲ ਵਧੀਆ ਵਧੀਆ ਲੋਕ ਭੇਜੇਗਾ, ਸੋਹਣੇ ਸੋਹਣੇ ਬਣਾ ਕੇ। ਉਹ ਤੁਹਾਨੂੰ ਗਲਤ ਤਾਲੀਮ ਦੇਣਗੇ, ਉਹ ਤੁਹਾਨੂੰ ਅਲੱਗ ਜੋੜਨਗੇ ਨਹੀਂ, ਪਾੜਨਗੇ। ਉਹ ਜਾਗਾ ਤੇਰੀਆਂ ਭੈਣਾਂ ਨੇ ਤੈਨੂੰ ਪਿਆਰ ਕਰਦੀਆਂ, ਉਹ ਤੇਰਾ ਮਾਂ ਪਿਓ ਤਾਂ ਖੜੂਸ ਹੈ, ਛੱਡ ਪਰਾਂ, ਲੈ ਤੇਰਾ ਭਰਾ ਜਿਹੜਾ ਨਾ ਉਹ ਤੇ ਕੁਛ ਨਹੀਂ, ਉਹ ਤੁਹਾਡੇ ਨਾਲ ਨਫ਼ਰਤ ਕਰਦਾ ਹੈ। ਇਸ ਤਰ੍ਹਾਂ ਦੀ ਸਿੱਖਿਆ ਵਾਸਤੇ ਪੜੋਸੀ ਪੜੋਸੀ ਲੋਕ ਤੁਹਾਡੇ ਕੋਲ ਭੇਜੂਗਾ, ਉਹ ਸ਼ੈਤਾਨ ਭੇਜੇਗਾ ਔਰ ਤੁਹਾਨੂੰ ਪਾੜੇਗਾ, ਉਹ ਤੁਹਾਨੂੰ ਖਤਮ ਕਰੇਗਾ, ਵੱਖਰਾ ਵੱਖਰਾ ਕਰੇਗਾ, ਅਲੱਗ ਅਲੱਗ ਕਰਕੇ ਕੱਲੇ ਕੱਲੇ ਨੂੰ ਮਾਰੇਗਾ। ਇਸ ਕਰਕੇ ਮਸੀਹ ਏਕਤਾ ਦਾ ਨਾਮ ਹੈ। ਤ੍ਰੀ ਏਕਤਾ ਜਦੋਂ ਕਹਿੰਦੇ ਨਾ ਅਸੀਂ, ਟ੍ਰਿਨਿਟੀ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਿਹੜੀ ਕਾਇਨਾਤ ਨੂੰ ਚਲਾ ਰਹੀ ਹੈ, ਅੱਜ ਤੱਕ ਕੋਈ ਉਹਦਾ ਭੇਤ ਹੀ ਨਹੀਂ ਸਮਝ ਸਕਿਆ ਉਹ ਤਿੰਨ ਕੀ ਨੇ ਤੇ ਇੱਕ ਕੀ ਹੈ। ਏਕਤਾ ਹੈ ਉਹਨਾਂ ਦੇ ਅੰਦਰ, ਇਸੇ ਕਰਕੇ ਤਾਂ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਉਹ ਇਸ ਲਈ ਤਾਂ ਸੁਪਰੀਮ ਹੈ, ਉਹਦੇ ਅੱਗੇ ਕੋਈ ਤਾਕਤ ਨਹੀਂ ਹੈ, ਕੋਈ ਖੜਾ ਹੀ ਨਹੀਂ ਹੋ ਸਕਦਾ। ਏਕਤਾ ਦਾ ਸਬੂਤ ਆਓ ਮੇਰੇ ਅਜ਼ੀਜ਼ੋ। ਮੈਂ ਤੁਹਾਨੂੰ ਦੱਸਣਾ ਚਾਹਨਾ, ਵਰਡ ਦਾ ਗਿਆਨ, ਕਲਾਮ ਦਾ ਗਿਆਨ, ਵਚਨ ਦਾ ਗਿਆਨ ਹੀ ਸਾਨੂੰ ਨਾਸ਼ ਹੋਣ ਤੋਂ ਬਚਾ ਸਕਦਾ ਹੈ। ਹਾਲੇਲੂਇਆ। ਇਸ ਕਰਕੇ ਬਾਈਬਲ ਕਹਿੰਦੀ ਹੈ, ਮੇਰੀ ਪ੍ਰਜਾ ਬਿਨਾਂ ਗਿਆਨ ਦੇ ਕੀ ਹੋ ਰਹੀ ਹੈ? ਨਾਸ਼ ਹੋ ਰਹੀ ਹੈ। ਬਹੁਤ ਸਾਰੀਆਂ ਗੱਲਾਂ। ਸੋ ਪਰਮੇਸ਼ਵਰ ਦਾ ਵਚਨ ਦਾ ਗਿਆਨ ਸਾਡੇ ਜੀਵਨ 'ਚ ਹੋਏਗਾ, ਫਿਰ ਅਸੀਂ ਬਚ ਸਕਦੇ ਹਾਂ। ਔਰ ਵਚਨ ਦਾ ਗਿਆਨ ਉਦੋਂ ਸਾਡੀ ਜ਼ਿੰਦਗੀ 'ਚ ਆਉਣਾ ਜੇ ਜਦੋਂ ਖੁਦਾ ਖੌਫ ਸਾਡੀ ਜ਼ਿੰਦਗੀ 'ਚ ਹੋਏਗਾ, ਜਦੋਂ ਅਸੀਂ ਖੁਦਾ ਤੋਂ ਡਰਾਂਗੇ। ਅਸੀਂ ਝੂਠ ਬੋਲੀ ਜਾਣਦੇ ਹਾਂ, ਫਰੇਬ ਕਰੀ ਜਾਣਦੇ ਹਾਂ, ਧੋਖਾ ਦੇਈ ਜਾਣਦੇ ਹਾਂ, ਪਰ ਨਹੀਂ ਸਮਝ ਰਹੇ ਕਿ ਅਸੀਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ। ਅਸੀਂ ਆਪਣੇ ਭੈਣ ਭਰਾਵਾਂ ਨੂੰ ਧੋਖਾ ਨਹੀਂ ਦੇ ਰਹੇ, ਅਸੀਂ ਆਪਣੇ ਪਾਸਬਾਨ ਨੂੰ ਧੋਖਾ ਨਹੀਂ ਦੇ ਰਹੇ, ਅਸੀਂ ਆਪਣੇ ਮਾਂ-ਬਾਪ ਨੂੰ ਧੋਖਾ ਨਹੀਂ ਦੇ ਰਹੇ, ਬਲਕਿ ਖੁਦ ਆਪਣੇ ਆਪ ਨੂੰ ਧੋਖਾ ਦੇ ਰਹੇ। ਮੇਰੇ ਅਜ਼ੀਜ਼ੋ, ਮੈਂ ਇਹੀ ਕਹਿਣਾ ਚਾਹੁੰਦਾ ਇਸ ਵਚਨ ਦੇ ਵਸੀਲੇ ਦੇ ਨਾਲ ਕਿ ਖੁਦਾ ਦੇ ਕਲਾਮ ਨੂੰ ਸਿੱਖੋ, ਖੁਦਾ ਦਾ ਡਰ ਰੱਖੋ, ਖੁਦਾ ਤੋਂ ਡਰੋ ਤੇ ਖੁਦਾ ਦੇ ਕਲਾਮ ਨੂੰ ਆਪਣੇ ਜੀਵਨ 'ਚ ਲੈ ਕੇ ਆਓ। ਐਕਸੈਪਟ ਕਰੋ ਖੁਦਾ ਦੇ ਕਲਾਮ ਨੂੰ, ਫਿਰ ਤੁਸੀਂ ਨਾਸ਼ ਹੋਣ ਤੋਂ ਬਚ ਸਕਦੇ ਜੇ। ਸੋ ਪਰਮੇਸ਼ਰ ਦਾ ਵਚਨ ਬਹੁਤ ਸਾਰੇ ਹਵਾਲਾਤ ਦੇ ਨਾਲ ਉਹਦੇ ਗਿਆਨ ਦੀ ਗੱਲ ਕਰਦਾ ਹੈ। ਜਿਹੜਾ ਗਿਆਨ ਖੁਦਾ ਦੇ ਕਲਾਮ ਦੇ ਵਿੱਚੋਂ ਦੀ ਸਾਨੂੰ ਮਿਲਦਾ ਆ, ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਰਿਸਪੌਂਸਿਬਿਲਿਟੀ ਦਿੰਦਾ ਹੈ। ਲਾਸਟ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਤੁਸੀਂ ਖੁਦਾ ਤੋਂ ਡਰੋਗੇ, ਖੁਦਾ ਦਾ ਕਲਾਮ ਤੁਹਾਡੀ ਸਮਝ ਆਏਗਾ। ਜਦੋਂ ਖੁਦਾ ਦਾ ਕਲਾਮ ਤੁਹਾਡੀ ਸਮਝ ਆਏਗਾ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾ ਕੇ ਉਸ ਕਲਾਮ ਨੂੰ ਸਿਖਾ ਸਕੋਗੇ। ਫਿਰ ਤੁਸੀਂ ਦੂਜਿਆਂ ਲਈ ਐਗਜ਼ਾਮਪਲ ਬਣੋਗੇ। ਫਿਰ ਤੁਸੀਂ ਦੂਸਰਿਆਂ ਦੇ ਵਿੱਚ ਸਿਰਫ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਆਏਗੀ ਕਲਾਮ ਦੀ। ਦੋ ਸ਼ਬਦ ਨੇ, ਇੱਕ ਇਨਫੋਰਮੇਸ਼ਨ ਹੈ, ਇੱਕ ਟਰਾਂਸਫਰਮੇਸ਼ਨ ਹੁੰਦੀ ਹੈ। ਤਾਂ ਪਰਮੇਸ਼ਰ ਦਾ ਵਚਨ ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਤੁਹਾਡੇ ਕੋਲ ਦੱਸਿਆ ਗਿਆ ਤੁਹਾਨੂੰ, ਪਰ ਜਦੋਂ ਇਹ ਤੁਹਾਡੇ ਕੋਲ ਆਉਂਦਾ ਹੈ ਤਾਂ ਫਿਰ ਇਹ ਦੂਸਰੇ ਸ਼ਬਦ 'ਚ ਬਦਲ ਜਾਣਾ ਚਾਹੀਦਾ, ਫਿਰ ਇਹ ਟਰਾਂਸਫਰਮੇਸ਼ਨ ਹੋ ਜਾਣਾ ਚਾਹੀਦਾ।
तो जे तुहाडे कोल ही नहीं इन्फॉर्मेशन, तुहानू ही नहीं खुदा दे कलाम दी जानकारी नहीं, फिर तुसी दूजिਆਂ ਦੇ ਅੰਦਰ ਕਿਵੇਂ खुदा दे कलाम ਦੀ ਜਾਣਕਾਰੀ ਦੇ ਸਕਦੇ ਹੋ? ਜੇ ਤੁਸੀਂ ਆਪਣੇ ਪਰਿਵਾਰ 'ਚ ਏਕਤਾ 'ਚ ਨਹੀਂ ਰਹਿ ਸਕਦੇ, ਆਪਣੇ ਪਰਿਵਾਰ 'ਚ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰ ਸਕਦੇ, ਜੇ ਤੁਸੀਂ ਆਪਣੇ ਹੀ ਮਾਂ-ਬਾਪ ਦੀ ਇੱਜ਼ਤ ਨਹੀਂ ਕਰ ਸਕਦੇ, ਜੇ ਤੁਸੀਂ ਆਪਣੇ ਹੀ ਬੱਚਿਆਂ ਨੂੰ ਉਹਨਾਂ ਨਾਲ ਪਿਆਰ ਨਹੀਂ ਕਰ ਸਕਦੇ, ਫਿਰ ਤੁਸੀਂ ਦੂਸਰਿਆਂ ਦੇ ਅੰਦਰ ਪਰਮੇਸ਼ਰ ਦਾ ਪਿਆਰ ਕਿੱਦਾਂ ਟਰਾਂਸਫਰਮੇਸ਼ਨ ਕਰੋਗੇ, ਕਿੱਦਾਂ ਤੁਸੀਂ ਉਹਨਾਂ ਵਿੱਚ ਲੈ ਕੇ ਜਾਓਗੇ? ਇਸ ਲਈ ਚੇਂਜ ਕਰੋ ਆਪਣਾ ਨੇਚਰ, ਚੇਂਜ ਕਰੋ ਆਪਣੀ ਲਾਈਫ ਸਟਾਈਲ, ਚੇਂਜ ਕਰੋ ਆਪਣੀ ਜ਼ਿੰਦਗੀ, ਔਰ ਖੁਦਾ ਦਾ ਖੌਫ ਆਪਣੀ ਜ਼ਿੰਦਗੀ 'ਚ ਲੈ ਕੇ ਆਓ। ਜਦੋਂ ਖੁਦਾ ਤੋਂ ਤੁਸੀਂ ਡਰੋਗੇ, ਖੁਦਾ ਦਾ ਕਲਾਮ ਸਮਝਣ ਲੱਗ ਜਾਓਗੇ, ਜਦੋਂ ਕਲਾਮ ਦੀ ਸਮਝ ਤੁਹਾਨੂੰ ਆ ਜਾਏਗੀ, ਤੁਹਾਨੂੰ ਕੋਈ ਦੁਨੀਆ ਦੇ ਵਿੱਚ ਨਾਸ਼ ਨਹੀਂ ਕਰ ਸਕੇਗਾ, ਕਿਉਂਕਿ ਕਲਾਮ ਸਾਨੂੰ ਨਾਸ਼ ਹੋਣ ਤੋਂ ਬਚਾਉਂਦਾ ਹੈ। ਸੋ ਪ੍ਰਭੂ ਯਿਸੂ ਮਸੀਹ ਨੇ ਮੱਤੀ ਦੀ ਇੰਜੀਲ ਦੇ ਵਿੱਚ ਵੀ ਇਹ ਗੱਲ ਕਹੀ, ਇਸ ਲਈ ਜਾਓ ਤੇ ਜਾ ਕੇ ਇਸ ਲਵ ਨੂੰ, ਇਸ ਪਿਆਰ ਨੂੰ, ਇਸ ਗਿਆਨ ਨੂੰ ਜਿਹੜਾ ਤੁਸੀਂ ਮੇਰੇ ਕੋਲ ਲਿਆ, ਉੱਥੇ ਸਿੱਖਿਆ ਲਿਖਿਆ, ਜਿਹੜੀਆਂ ਗੱਲਾਂ ਤੁਸੀਂ ਮੇਰੇ ਤੋਂ ਸਿੱਖੀਆਂ ਹੋਰਨਾਂ ਨੂੰ ਜਾ ਕੇ ਸਿਖਾਓ। ਪਰ ਅੱਜ ਅਸੀਂ ਵੇਖ ਸਕਦੇ ਹਾਂ ਆਪਣੀ ਜ਼ਿੰਦਗੀ 'ਚ ਅਸੀਂ ਪਰਮੇਸ਼ਰ ਕੋਲ ਕੀ ਸਿੱਖਿਆ, ਕੀ ਸਿੱਖਿਆ ਅਸੀਂ ਆਪਣੀ ਜ਼ਿੰਦਗੀ 'ਚ ਖੁਦਾ ਦੇ ਕੋਲ? ਹੈ ਕੋਈ ਗੱਲ ਜਿਹੜੀ ਅਸੀਂ ਲੋਕਾਂ ਨੂੰ ਜਾ ਕੇ ਦੱਸੀਏ ਵੀ ਮੈਂ ਆਹ ਗੱਲ ਪ੍ਰਭੂ ਤੋਂ ਸਿੱਖ ਲਈ, ਜੇ ਤੁਸੀਂ ਵੀ ਮੇਰੇ ਕੋਲ ਸਿੱਖ ਲਓ? ਹੈ ਕੋਈ ਗੱਲ? ਕੋਈ ਝੂਠ ਬੋਲਣਾ ਛੱਡਿਆ ਹੋਵੇ ਤੇ ਅਸੀਂ ਕਿਸੇ ਨੂੰ ਕਹੀਏ ਵੀ ਮੈਂ ਨਹੀਂ, ਜੋ ਮੈਂ ਵਚਨ 'ਚੋਂ ਪੜ੍ਹਿਆ, ਮੈਂ ਨਹੀਂ ਝੂਠ ਬੋਲਦਾ ਕਿਉਂਕਿ ਮੈਂ ਖੁਦਾ ਤੋਂ ਡਰਨਾ, ਕਿਉਂਕਿ ਲੋਕਾਂ ਨਾਲ ਮੈਂ ਝੂਠ ਬੋਲ ਸਕਦਾ ਪਰ ਖੁਦਾ ਨਾਲ ਝੂਠ ਨਹੀਂ ਬੋਲ ਸਕਦਾ। ਚੋਰੀ ਛੱਡ ਦਿੱਤੀ ਹੈ ਤੇ ਕਹੋ ਜਾ ਕੇ ਦੂਜੇ ਨੂੰ, ਮੈਂ ਨਹੀਂ ਹੁਣ ਚੋਰੀ ਕਰਦਾ, ਤੌਬਾ ਮੇਰੀ, ਮੈਂ ਨਹੀਂ ਗਾਲਾਂ ਕੱਢਦਾ, ਨਾ ਮੈਂ ਨਹੀਂ ਨਫ਼ਰਤ, ਮੈਂ ਆਪਣੇ ਭੈਣ ਭਰਾਵਾਂ ਨੂੰ ਪਿਆਰ ਕਰਦਾ, ਮੈਂ ਗੁਆਂਢੀਆਂ ਨਾਲ ਪਿਆਰ ਕਰਦਾ, ਮੈਂ ਪਾਸਮਾਨ ਨੂੰ ਕਦੀ ਨਹੀਂ ਝੂਠ, ਲੋਕਾਂ ਕੋਲ ਜਿੱਦਾਂ ਮਰਜ਼ੀ ਮੈਂ, ਪਰ ਖੁਦਾ ਦੇ ਕੋਲੋਂ ਕਦੀ ਝੂਠ ਨਹੀਂ ਬੋਲ ਸਕਦਾ। ਮੈਂ ਸਿੱਖ ਲਈ ਹੈਗਾ, ਮੈਂ ਸਭ ਤੋਂ ਬਚ ਸਕਦਾ, ਪ੍ਰਭੂ ਤੋਂ ਨਹੀਂ ਬਚ ਸਕਦਾ। ਇਹ ਅਗਿਆਨਤਾ ਵਾ ਸਾਡੀ ਕਿ ਅਸੀਂ ਪਾਪ ਕਰੀ ਜਾ ਰਹੇ ਹਾਂ, ਔਰ ਇਹ ਅਗਿਆਨਤਾ ਹੀ ਤੇ ਹੈ ਕਿ ਅਸੀਂ ਸਮਝੇ ਕੀ ਫਰਕ ਪੈਂਦਾ, ਕੌਣ ਜਾਣਦਾ ਮੇਰੇ ਪਾਪ ਨੂੰ, ਕਿਹੜਾ ਕੋਈ ਵੇਖਦਾ? ਅਗਿਆਨਤਾ ਹੈ। ਅਸੀਂ ਨਹੀਂ ਸਮਝਦੇ ਕਿ ਇੱਕ ਇੱਕ ਪਲ ਪਲ ਦੀ ਖਬਰ ਪਰਮੇਸ਼ਰ ਸਾਡੀ ਰੱਖਦਾ ਹੈ। ਹਰ ਕੰਮ ਜਿਹੜਾ ਅਸੀਂ ਕਰ ਰਹੇ ਹਾਂ, ਬਾਈਬਲ 'ਚ ਲਿਖਿਆ ਹਨੇਰੇ ਦੇ ਕੰਮ ਵੀ ਇੱਕ ਦਿਨ ਚਾਨਣ ਦੇ ਵਿੱਚ ਕੀ ਹੋਣਗੇ? ਅਸੀਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ, ਪਰਿਵਾਰ ਨੂੰ ਬੇਵਕੂਫ ਬਣਾ ਸਕਦੇ ਹਾਂ, ਟੀਚਰਸ ਨੂੰ ਬੇਵਕੂਫ ਬਣਾ ਸਕਦੇ ਹਾਂ, ਪਾਸਬਾਨਾਂ ਨੂੰ ਬੇਵਕੂਫ ਬਣਾ ਸਕਦੇ ਹਾਂ, ਤੇ ਨਜ਼ਰ 'ਚ ਇਹ ਸਮਝਦੇ ਕਿ ਖੁਦਾ ਨੂੰ ਵੀ ਅਸੀਂ ਸ਼ੈਤਾਈ ਬਣਾਉਂਦੇ ਪਏ ਹਾਂ, ਪਰ ਕਦੀ ਕੋਈ ਖੁਦਾ ਨੂੰ ਬੇਵਕੂਫ ਨਹੀਂ ਬਣਾ ਸਕਦਾ। ਉਹਦੀ ਨਜ਼ਰ ਹਰ ਵੇਲੇ ਸਾਡੇ ਤੇ ਲੱਗੀ ਹੋਈ ਹੈ। ਅਜ਼ੀਜ਼ੋ, ਮੈਂ ਅੱਜ ਇਹੋ ਹੀ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਪਰਮੇਸ਼ਰ ਤੋਂ ਡਰੋ। ਜਦੋਂ ਉਹਦੇ ਤੋਂ ਡਰੋਗੇ ਤੁਹਾਨੂੰ ਉਹਦਾ ਕਲਾਮ ਸਮਝ ਆਏਗਾ। ਜਦੋਂ ਉਹਦਾ ਕਲਾਮ ਸਮਝਣ ਲੱਗ ਜਾਓਗੇ ਤੁਸੀਂ ਸਮਝਦਾਰ ਬਣ ਜਾਓਗੇ। ਹਾਲੇਲੂਇਆ। ਫਿਰ ਤੁਹਾਡੇ ਲਈ ਵਚਨ ਨਹੀਂ ਹੈਗਾ ਮੇਰੀ ਪ੍ਰਜਾ ਬਿਨਾਂ ਗਿਆਨ ਦੇ ਨਾਸ਼ ਹੋ ਰਹੀ। ਗੱਲਾਂ ਤੇ ਬਹੁਤ ਸਾਰੀਆਂ ਨੇ, ਬਹੁਤ ਸਾਰੇ ਹਵਾਲੇ ਨੇ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ। ਜੇ ਰੱਬ ਨੇ ਚਾਹਿਆ ਤੇ ਫਿਰ ਤੀਸਰੇ ਕਲਾਮ 'ਚ ਜਾ ਕੇ, ਤੀਸਰੇ ਐਪੀਸੋਡ 'ਚ, ਤੀਸਰੇ ਹਿੱਸੇ 'ਚ ਜਾ ਕੇ ਅਸੀਂ ਹੋਰ ਇਸ ਦੀ ਗੱਲ ਕਰਾਂਗੇ। ਪਰ ਅੱਜ ਮੈਂ ਇਹੀ ਕਹਿਣਾ ਚਾਹੁੰਦਾ, ਨੀਤੀ ਵਚਨ ਇੱਕ ਸਾਥ 'ਚ ਕਹਿੰਦਾ ਖੁਦਾ ਦਾ ਡਰ ਗਿਆਨ ਦਾ ਸ਼ੁਰੂ। ਅੱਜ ਤੋਂ ਖੁਦਾ ਦਾ ਡਰ ਰੱਖੋ ਜੇ ਖੁਦਾ ਦੇ ਕਲਾਮ ਦਾ ਗਿਆਨ ਲੈਣਾ ਤੇ। ਨਹੀਂ ਤੇ ਹੋਸ਼ੇ ਕਹਿ ਰਿਹਾ ਮੇਰੀ ਪ੍ਰਜਾ ਬਿਨਾਂ ਗਿਆਨ ਦੇ। ਜੇ ਅਸੀਂ ਮਹਿਸੂਸ ਕਰਦੇ ਕਿ ਅਸੀਂ ਨਾਸ਼ ਵੱਲ ਜਾ ਰਹੇ ਹਾਂ ਤੇ ਖੁਦਾ ਤੋਂ ਡਰਨਾ ਸ਼ੁਰੂ ਕਰੀਏ। ਜਦੋਂ ਖੁਦਾ ਤੋਂ ਡਰਾਂਗੇ, ਖੁਦਾ ਦੇ ਗਿਆਨ ਦੀ ਗੱਲ, ਖੁਦਾ ਦੇ ਕਲਾਮ ਦੀ ਗੱਲ ਸਾਡੀ ਸਮਝ 'ਚ ਆਉਣੀ ਸ਼ੁਰੂ ਹੋ ਜਾਏਗੀ। ਜਦੋਂ ਕਲਾਮ ਉਹਦੀ ਸਮਝ ਦੇ ਵਿੱਚ ਸਾਡੇ 'ਚ ਆਉਣਾ ਸ਼ੁਰੂ ਹੋ ਜਾਏਗਾ, ਖੁਦਾ ਦਾ ਡਰ ਸਾਡੀ ਜ਼ਿੰਦਗੀ 'ਚ ਹੋਏਗਾ ਤੇ ਗਿਆਨ ਦੀ ਸ਼ੁਰੂਆਤ ਹੋ ਜਾਏਗੀ। ਅਸੀਂ ਅਕਲਮੰਦ ਬਣਨੇ ਸ਼ੁਰੂ ਹੋ ਜਾਵਾਂਗੇ। ਖੁਦਾ ਸਾਨੂੰ ਬਚਾਏਗਾ। ਪਰਮੇਸ਼ਵਰ ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਬਰਕਤ ਦੇ। ਅਸੀਂ ਅਗਿਆਨੀ ਨਾ ਰਹੀਏ, ਖੁਦਾ ਦੇ ਕਲਾਮ ਤੋਂ, ਖੁਦਾ ਦੇ ਵਚਨ ਦੀ ਸਿੱਖਿਆ ਨੂੰ ਲਈਏ ਔਰ ਉਹ ਸਿੱਖਿਆ ਨੂੰ ਆਪਣੇ ਜੀਵਨ 'ਚ ਇਸਤੇਮਾਲ ਕਰੀਏ। ਆਪਣੇ ਨੇਚਰ ਬਦਲੀਏ, ਆਪਣੇ ਸੁਭਾਅ ਬਦਲੀਏ। ਕਲਾਮ ਜੀਵਨਾਂ ਨੂੰ ਬਦਲਦਾ ਜੇ। ਜਦੋਂ ਕਲਾਮ ਜੀਵਨ 'ਚ ਆਉਂਦਾ, ਬਦਲਾਵ ਆਉਂਦਾ ਜੇ। ਕਲਾਮ ਦੇ ਵਿੱਚ ਲਿਖਿਆ ਸਾਮਰੀ ਤੀਵੀਂ ਜਦੋਂ ਪ੍ਰਭੂ ਯਿਸੂ ਮਸੀਹ ਨਾਲ ਗੱਲਾਂ ਕਰ ਰਹੀ ਏ, ਉਸ ਤੋਂ ਪਹਿਲਾਂ ਊਚ ਨੀਚ ਤੇ ਭੇਦ ਭਾਵਾਂ 'ਚ ਫਸੀ ਏ, ਪਰ ਜਦੋਂ ਕਲਾਮ ਰੂਬਰੂ ਹੋਇਆ ਉਹਦੇ ਤੇ ਕਲਾਮ 'ਚ ਲਿਖਿਆ ਦੀ ਜ਼ਿੰਦਗੀ ਬਦਲ ਗਈ। ਹਾਲੇਲੂਇਆ, ਹਾਲੇਲੂਇਆ ਬੋਲੋ। ਕਲਾਮ ਜ਼ਿੰਦਗੀ ਬਦਲਦਾ ਜੇ ਤੇ ਕਲਾਮ ਉਦੋਂ ਆਉਂਦਾ ਜੇ ਜਦੋਂ ਖੁਦਾ ਦਾ ਡਰ ਆਉਂਦਾ ਹੈ। ਹਾਲੇਲੂਇਆ। ਖੁਦਾ ਦਾ ਡਰ ਆਏਗਾ ਤੇ ਕਲਾਮ ਆਏਗਾ, ਕਲਾਮ ਆਏਗਾ ਤੇ ਜੀਵਨ 'ਚ ਬਦਲਾਵ ਆਏਗਾ। ਅਸੀਂ ਨਾਸ਼ ਨਹੀਂ ਹੋਵਾਂਗੇ। ਕਲਾਮ ਦੀ ਸਿੱਖਿਆ ਦੇ ਦੁਆਰਾ ਅਸੀਂ ਨਾਸ਼ ਹੋਣ ਤੋਂ ਬਚ ਸਕਦੇ ਹਾਂ। ਹੋਰ ਕੋਈ ਚੀਜ਼ ਨਹੀਂ ਸਾਨੂੰ ਦੁਨੀਆ 'ਚ ਬਚਾਉਣ ਲਈ। ਕਲਾਮ ਨੂੰ ਸਿੱਖਣਾ ਆ, ਖੁਦਾ ਦਾ ਡਰ ਰੱਖਣਾ ਹੈ, ਤਾਂ ਉਹੀ ਸਾਨੂੰ ਨਾਸ਼ ਤੋਂ ਬਚਾ ਸਕਦਾ। ਔਰ ਉਹ ਕਲਾਮ ਜਿਹੜਾ ਨਾਸ਼ ਹੋਣ ਤੋਂ ਬਚਾਉਂਦਾ ਉਹ ਕੌਣ ਹੈ? खुदावंद यीशु मसीह। हालेलुया। इब्तदा में कलाम था और कलाम खुदा के साथ था और कलाम ही खुदा था और कलाम देदारी हुआ। यूहन्ना दी इंजील च लिखा है वो जिहड़ा यीशु दा डर रखेगा वही यीशु नूं समझेगा।
ਜਿਹੜਾ ਯਿਸੂ ਦਾ ਡਰ ਨਹੀਂ ਰੱਖਦਾ, ਜਿਹੜਾ ਯਿਸੂ ਤੋਂ ਡਰਦਾ ਹੀ ਨਹੀਂ, ਜਿਹੜਾ ਉਹਦਾ ਪਿਆਰ ਹੀ ਨਹੀਂ ਸਮਝਦਾ, ਉਹ ਖੁਦਾ ਨੂੰ ਸਮਝ ਨਹੀਂ ਸਕਦਾ, ਯਿਸੂ ਨੂੰ ਨਹੀਂ ਸਮਝ ਸਕਦਾ। ਤਾਂ ਯਿਸੂ ਦਾ ਡਰ ਯਿਸੂ ਨੂੰ ਸਮਝਣ ਦੀ ਤਾਕਤ ਦਿੰਦਾ ਹੈ। ਫਿਰ ਅਸੀਂ ਗਿਆਨਵਾਨ ਹੋ ਸਕਦੇ। ਗਿਆਨ ਉਹਦੇ ਕੋਲ ਹੈ ਜਿਹਨੇ ਯਿਸੂ ਨੂੰ ਜਾਣਿਆ ਤੇ ਯਿਸੂ ਨੂੰ ਸਮਝਿਆ। ਲਿਖਿਆ ਬੁੱਧਵਾਨ ਆਪਣੀ ਬੁੱਧ ਤੇ ਘਮੰਡ, ਤਾਕਤਵਰ ਆਪਣੀ ਤਾਕਤ ਤੇ ਘਮੰਡ, ਦੌਲਤਮੰਦ ਆਪਣੀ ਦੌਲਤ ਤੇ ਘਮੰਡ। ਜੇ ਕੋਈ ਘਮੰਡ ਕਰੇ ਤੇ ਸਿਰਫ ਇਸ ਗੱਲ ਤੇ ਕਰੇ ਕਿ ਉਹ ਮੈਨੂੰ ਸਮਝਦਾ ਤੇ ਬਸ। ਜਿਹੜਾ ਉਹਨੂੰ ਸਮਝ ਗਿਆ ਤੇ ਜਾਣ ਗਿਆ, ਉਹਦੇ ਕੋਲ ਗਿਆਨ ਆ, ਉਹ ਨਾਸ਼ ਨਹੀਂ ਹੋਏਗਾ। ਪਰ ਜਿਹਨੇ ਯਿਸੂ ਨੂੰ ਨਹੀਂ ਸਮਝਿਆ, ਉਹਨੂੰ ਨਹੀਂ ਜਾਣਿਆ, ਉਹਦੇ ਡਰ 'ਚ ਨਹੀਂ ਆਇਆ, ਉਹ ਬਿਨਾਂ ਗਿਆਨ ਦੇ ਆ। ਤੇ ਜਿਹੜਾ ਬਿਨਾਂ ਗਿਆਨ ਦੇ ਆ, ਬਾਈਬਲ ਕਹਿੰਦੀ ਹੈ ਉਹ ਕੀ ਹੋ ਰਿਹਾ ਵਾ? ਨਾਸ਼ ਹੋ ਰਿਹਾ। ਤਾਂ ਖੁਦਾ ਦੇ ਕਲਾਮ ਦਾ ਗਿਆਨ ਲੈਣਾ ਜ਼ਰੂਰੀ ਹੈ। ਪ੍ਰਭੂ ਇਸ ਵਚਨ ਦੇ ਵਸੀਲੇ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ। ਫਿਰ ਪ੍ਰਭੂ ਨੇ ਚਾਹਿਆ ਇਸੇ ਕਲਾਮ ਨੂੰ ਅੱਗੇ ਕੰਟੀਨਿਊਸ ਕਰਾਂਗੇ। ਖੁਦਾ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹੇ। ਮੈਂ ਤੁਹਾਡੇ ਲਈ ਦੁਆ ਕਰਨੀ ਚਾਹਾਂਗਾ। ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਖੁਦਾ ਦੀ ਹਜ਼ੂਰੀ ਵਿੱਚ ਝੁਕਾਵਾਂਗੇ, ਦੁਆ ਕਰਾਂਗੇ। ਜ਼ਮੀਨ ਆਸਮਾਨ ਦੇ ਬਣਾਉਣ ਵਾਲੇ, ਸਾਰੀ ਖਲਕ ਦੇ ਖਾਲਿਕ ਤੇ ਮਾਲਿਕ, ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਮੇਰੇ ਜ਼ਿੰਦਾ ਖੁਦਾ, ਤੁਹਾਡੀ ਤਾਰੀਫ, ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੇ ਕਲਾਮ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਜੋ ਸਾਡੀਆਂ ਜ਼ਿੰਦਗੀਆਂ 'ਚ ਤੂੰ ਸਾਨੂੰ ਦਿੱਤਾ ਪ੍ਰਭੂ। ਜੋ ਉਸ ਕਲਾਮ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ ਪ੍ਰਭੂ, ਜਿਹੜਾ ਤੇਰਾ ਕਲਾਮ ਸਾਨੂੰ ਪਿਛਲੇ ਦਿਨਾਂ 'ਚ ਮਿਲਿਆ ਕਿ ਹੋਸ਼ੇ 4 ਉਹਦੇ 6 ਕਲਾਮ 'ਚ ਲਿਖਿਆ, ਮੇਰੀ ਪਰਜਾ ਬਿਨਾਂ ਗਿਆਨ ਦੇ ਨਾਸ਼ ਹੋ ਰਹੀ ਹੈ। ਖੁਦਾਵੰਦ, ਅਸੀਂ ਤੇਰੇ ਕਲਾਮ 'ਚੋਂ ਇਸ ਗੱਲ ਨੂੰ ਸਮਝਣ ਦੇ ਲਈ ਤੇਰੇ ਕੋਲੋਂ ਇਹ ਸਾਮਰਥ ਪਾਈ ਹੈ ਕਿ ਜਿਹੜਾ ਗਿਆਨ ਸਾਨੂੰ ਨਾਸ਼ ਹੋਣ ਤੋਂ ਬਚਾਉਂਦਾ ਹੈ, ਉਹ ਤੇਰੇ ਕਲਾਮ ਦਾ ਗਿਆਨ ਹੈ। ਤੇ ਤੇਰੇ ਕਲਾਮ ਦਾ ਗਿਆਨ ਉਹਨੂੰ ਮਿਲਦਾ ਆ ਜਿਹੜਾ ਤੇਰੇ ਡਰ ਵਿੱਚ ਰਹਿੰਦਾ ਹੈ। ਪ੍ਰਭੂ, ਹੋਣ ਦਿਓ ਕਿ ਇਹ ਕਲਾਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਨੂੰ ਤੇਰੇ ਰਾਜ ਨੂੰ ਜਾਣਨ ਦੇ ਲਈ ਤੇ ਆਪਣੀਆਂ ਜ਼ਿੰਦਗੀਆਂ ਨੂੰ ਨਾਸ਼ ਹੋਣ ਤੋਂ ਬਚਾਉਣ ਦੇ ਲਈ ਕਾਰਾਗਰ ਸਾਬਤ ਹੋਵੇ। ਅਸੀਂ ਤੈਨੂੰ ਸਮਝੀਏ, ਤੈਨੂੰ ਜਾਣੀਏ, ਤੇਰੇ ਡਰ 'ਚ ਰਹੀਏ ਔਰ ਆਪਣੀਆਂ ਜ਼ਿੰਦਗੀਆਂ 'ਚ ਤੇਰਾ ਡਰ ਰੱਖੀਏ। ਔਰ ਕਿਉਂਕਿ ਤੇਰੇ ਵਚਨ 'ਚੋਂ ਅਸੀਂ ਸਿੱਖਿਆ ਕਿ ਤੇਰਾ ਡਰ ਹੀ ਗਿਆਨ ਦਾ ਸ਼ੁਰੂ ਹੈ। ਜਿਹੜਾ ਤੇਥੋਂ ਡਰਦਾ, ਤੈਨੂੰ ਸਮਝਦਾ, ਉਹੀ ਗਿਆਨ ਪ੍ਰਾਪਤ ਕਰੇਗਾ ਜੋ ਇਸ ਸੰਸਾਰ ਵਿੱਚ ਨਾਸ਼ ਹੋਣ ਤੋਂ ਬਚੇਗਾ। ਪ੍ਰਭੂ, ਹੋਣ ਦਿਓ ਕਿ ਅੱਜ ਦਾ ਕਲਾਮ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਵੱਡਾ ਫਲ ਲੈ ਕੇ ਆਏ। ਪ੍ਰਭੂ ਜੀ, ਅਸੀਂ ਜਿਹੜੇ ਦਿਨਾਂ 'ਚੋਂ ਗੁਜ਼ਰ ਰਹੇ ਹਾਂ, ਉਹਨਾਂ ਦਿਨਾਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਦੋਂ ਪੂਰੀ ਦੁਨੀਆ ਦੇ ਅੰਦਰ ਕਰੋਨਾ ਵਾਇਰਸ ਚੱਲ ਰਿਹਾ ਵਾ ਔਰ ਲੋਕ ਪ੍ਰਭੂ ਜੀ ਲੱਖਾਂ ਦੇ ਨਾਲ ਪ੍ਰਭੂ ਜੀ ਇਹਦੇ ਵਿੱਚ ਤਕਲੀਫ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇੰਡੀਆ ਦੇ ਵਿੱਚ ਪ੍ਰਭੂ, ਇੰਡੀਆ ਤੋਂ ਬਾਹਰ ਵੀ ਪਿਤਾ ਪਰਮੇਸ਼ਵਰ, ਮੇਰੀ ਸਭ ਦੇ ਲਈ ਦੁਆ ਆ ਖੁਦਾ, ਇਸ ਵਿਪਤਾ 'ਚੋਂ ਆਪਣੇ ਲੋਕਾਂ ਨੂੰ ਛੁਟਕਾਰਾ ਦੇ। ਪ੍ਰਭੂ ਜੀ, ਲੋਕਾਂ ਦਾ ਜਨ ਜੀਵਨ, ਆਰਥਿਕ ਪ੍ਰਭੂ ਜੀ ਬਹੁਤ ਸਾਰੀਆਂ ਮੁਸ਼ਕਲਾਂ ਪ੍ਰਭੂ ਜੀ ਲੋਕਾਂ ਦੇ ਸਾਹਮਣੇ ਖੜੀਆਂ ਨੇ। ਪ੍ਰਭੂ, ਆਪਣੇ ਲੋਕਾਂ ਦੇ ਉੱਤੇ ਤਰਸ ਕਰ। ਤੇਰੇ ਲੋਕ ਤੈਨੂੰ ਜਾਣਨ, ਪਹਿਚਾਨਣ, ਤੇਰੇ ਗਿਆਨ ਨੂੰ ਸਮਝਣ, ਤੇਰੇ ਤੋਂ ਡਰਨ ਔਰ ਤੇਰੇ ਵਾਸਤੇ ਆਪਣੇ ਆਪ ਨੂੰ ਤਿਆਰ ਕਰਨ। ਖੁਦਾ, ਇਸ ਪ੍ਰਿਥਵੀ ਤੇ ਕੋਈ ਰੂਹ ਨਾਸ਼ ਨਾ ਹੋਵੇ ਪ੍ਰਭੂ, ਹਰ ਕੋਈ ਬਚਾਇਆ ਜਾਏ। ਪ੍ਰਭੂ ਯਿਸੂ, ਜਿਹੜੇ ਬਿਮਾਰ ਨੇ ਇਸ ਬਿਮਾਰੀ ਦੇ ਅੰਦਰ, ਤੁਸੀਂ ਉਹਨਾਂ ਨੂੰ ਸ਼ਿਫਾ ਦਿਓ। ਜਿਹੜੇ ਡਿਊਟੀਆਂ ਕਰ ਰਹੇ ਨੇ, ਡਾਕਟਰਸ, ਨਰਸਿਸ ਔਰ ਪਿਆਰੇ ਪ੍ਰਭੂ ਜੀ ਪੁਲਿਸ ਕਰਮਚਾਰੀ ਔਰ ਸਫਾਈ ਸੇਵਕ ਔਰ ਜਿੰਨੇ ਵੀ ਲੋਕ ਇਸ ਵਿੱਚ ਕੰਮ ਕਰ ਰਹੇ ਨੇ, ਸੇਵਾ ਕਰ ਰਹੇ ਨੇ ਸਮਾਜ ਦੀ, ਪ੍ਰਭੂ ਸਭ ਨੂੰ ਬੜੀ ਬਰਕਤ ਦੇ। ਮੈਂ ਉਹਨਾਂ ਲੋਕਾਂ ਲਈ ਵੀ ਦੁਆ ਕਰਦਾ ਜਿਨ੍ਹਾਂ ਨੇ ਆਪਣੀ ਪੂੰਜੀ 'ਚੋਂ, ਆਪਣੇ ਪੈਸੇ 'ਚੋਂ ਗਰੀਬ ਲੋਕਾਂ ਦੀ ਸਹਾਇਤਾ ਕੀਤੀ, ਜਿਨ੍ਹਾਂ ਕੋਲ ਖਾਣ ਲਈ ਨਹੀਂ, ਉਹਨਾਂ ਨੂੰ ਖਾਣਾ ਮੁਹੱਈਆ ਕਰਵਾਇਆ। ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ NGOs ਦੇ ਲਈ, ਸਾਰੇ ਧਰਮ ਦੇ ਲਈ ਔਰ ਸਭ ਲੋਕਾਂ ਦੇ ਲਈ, ਜਿਹੜੇ ਲੋਕਲ ਵੀ ਪ੍ਰਭੂ ਕੱਲਾ ਕੱਲਾ ਵੀ ਇੱਕ ਦੂਜੇ ਦੀ ਸਪੋਰਟ ਕਰ ਰਹੇ ਨੇ, ਮੈਂ ਉਹਨਾਂ ਲਈ ਵੀ ਦੁਆ ਕਰਦਾ ਪ੍ਰਭੂ ਸਭ ਨੂੰ ਬੜੀ ਬਰਕਤ ਔਰ ਆਸ਼ੀਸ਼ ਦੇ। ਖੁਦਾਵੰਦ, ਉਹਨਾਂ ਦਾ ਇਹ ਦੁੱਖ ਦੇ ਸਮੇਂ 'ਚ ਬੀਜਿਆ ਹੋਇਆ ਬੀਜ ਉਹਨਾਂ ਲਈ ਬਹੁਤ ਵੱਡੀ ਬਰਕਤ ਲੈ ਕੇ ਆਏ। ਮੈਂ ਗਾਸਪਲ ਆਫ ਕ੍ਰਾਈਸਟ ਚਰਚ ਮਿਨਿਸਟਰੀ ਦੀ ਸੇਵਕਾਈ ਲਈ ਵੀ ਮੈਂ ਤੁਹਾਡਾ ਧੰਨਵਾਦੀ ਹਾਂ। ਜਿਹੜੇ ਲੋਕ ਇਹਦੇ ਹੈਲਪ ਦੇ ਲਈ ਖੜੇ ਨੇ, ਆਪਣੇ ਦਸ਼ਮੰਸ ਦੇ ਲਈ ਔਰ ਪ੍ਰਭੂ ਜੀ ਆਪਣੀਆਂ ਭੇਟਾਂ ਦੇ ਲਈ ਪ੍ਰਭੂ ਜੀ ਜਿਹੜੇ ਖੜੇ ਨੇ ਖੁਦਾਵੰਦ ਨਾਲ ਇਸ ਮਿਨਿਸਟਰੀ ਨੂੰ ਸਪੋਰਟ ਕਰਨ ਦੇ ਲਈ, ਮੈਂ ਉਹਨਾਂ ਹਰੇਕ ਬਸ਼ਰ ਦੇ ਲਈ, ਹਰ ਇੱਕ ਪਰਿਵਾਰ ਦੇ ਲਈ ਤੁਹਾਡੇ ਅੱਗੇ ਬੇਨਤੀ ਕਰਦਾ ਪ੍ਰਭੂ। ਪ੍ਰਭੂ, ਤੇਰੇ ਕੰਮ 'ਚ ਆਪਣਾ ਹੱਥ ਵਧਾ ਰਹੇ ਨੇ, ਤੇਰਾ ਕੰਮ ਕਰ ਰਹੇ ਨੇ ਖੁਦਾਵੰਦਾ, ਤੇਰਾ ਖੌਫ ਰੱਖਦੇ ਨੇ, ਸਮਝ ਰਹੇ ਨੇ ਕਿ ਉਹਨਾਂ ਨੇ ਕਿਸ ਤਰ੍ਹਾਂ ਪ੍ਰਭੂ ਇਸ ਗੱਲ ਨੂੰ ਅੱਗੇ ਵਧਾਉਣਾ, ਕਿਵੇਂ ਉਹਨਾਂ ਆਪਣੀਆਂ ਸੇਵਾਵਾਂ ਤੇਰੇ ਕੰਮ ਲਈ ਅੱਗੇ ਦੇਣੀਆਂ ਨੇ। ਪ੍ਰਭੂ, ਉਹਨਾਂ ਪਰਿਵਾਰਾਂ ਨੂੰ ਬੜੀ ਬਰਕਤ ਦੇ ਖੁਦਾ, ਜੋ ਦੇਸ਼ ਵਿੱਚ ਵੀ ਨੇ ਇੱਥੇ ਔਰ ਵਿਦੇਸ਼ ਵਿੱਚ ਵੀ ਨੇ, ਇਸ ਸੂਬੇ 'ਚ ਵੀ ਨੇ, ਸੂਬੇ 'ਚੋਂ ਬਾਹਰ ਵੀ ਨੇ ਖੁਦਾਵੰਦ।
ਉਹਨਾਂ ਲੋਕਾਂ ਨੂੰ ਆਪਣੀ ਬੜੀ ਬਰਕਤ, ਉਹਨਾਂ ਭੈਣਾਂ ਭਰਾਵਾਂ ਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਜਿਨ੍ਹਾਂ ਨੇ ਗਾਸਪਲ ਆਫ ਕ੍ਰਾਈਸਟ ਚਰਚ ਮਿਨਿਸਟਰੀ ਲਈ ਆਪਣੇ ਹੱਥ ਵਧਾਏ ਨੇ, ਜਿਨ੍ਹਾਂ ਨੇ ਆਪਣੀ ਪੂੰਜੀ ਦੇ ਵਿੱਚੋਂ ਪ੍ਰਭੂ ਆਪਣੀ ਪ੍ਰਭੂ ਜੀ ਖੁਦਾਵੰਦ ਜੋ ਪ੍ਰਭੂ ਜੀ ਉਹਨਾਂ ਦੇ ਕੋਲ ਸਾਮਰਥ ਹੈ ਉਹਨੂੰ ਤੁਹਾਡੇ ਕੰਮਾਂ ਲਈ ਯੂਜ਼ ਕੀਤਾ, ਔਰ ਤੁਹਾਡੇ ਖੁਦਾਵੰਦ ਇਸ ਮਿਨਿਸਟਰੀ ਦੇ ਉੱਤੇ ਟਰਸਟ ਕੀਤਾ, ਤੁਹਾਡੇ 'ਚ ਵਿਸ਼ਵਾਸ ਕੀਤਾ। ਤੁਸੀਂ ਉਹਨਾਂ ਦੇ ਬੀਜ ਬਹੁਤ ਵੱਡੇ ਫਲ ਨਾਲ ਉਹਨਾਂ ਨੂੰ ਦੇਣਾ, ਤੁਹਾਡੀ ਦਇਆ ਦ੍ਰਿਸ਼ਟੀ ਉਹਨਾਂ ਤੇ ਬਣੀ ਰਹੇ ਖੁਦਾਵੰਦ। ਪ੍ਰਭੂ ਜੀ ਮੈਂ ਗਾਸਪਲ ਆਫ ਕ੍ਰਾਈਸਟ ਚਰਚ ਦੀ ਟੀਮ ਦੇ ਲਈ ਦੁਆ ਕਰਦਾ, ਬਹੁਤ ਵੱਡੀ ਆਸ਼ੀਸ਼ ਬਰਕਤ ਦੇ ਖੁਦਾ, ਸਾਰੇ ਮੈਂਬਰਸ ਪ੍ਰਭੂ ਜੀ ਸਭ ਦੇ ਉੱਤੇ ਤੇਰਾ ਫਜ਼ਲ ਹੋਏ, ਕਲੀਸਿਆ ਦੇ ਉੱਤੇ ਤੇਰਾ ਫਜ਼ਲ ਹੋਏ ਪ੍ਰਭੂ, ਸਭ ਤੇ ਤੇਰੀ ਦਇਆ ਚਾਹੁੰਦਾ ਹੈ। ਆਪਣੇ ਲੋਕਾਂ ਨੂੰ ਆਪਣਾ ਫਜ਼ਲ ਦੇ, ਦਇਆ ਕਰ ਪ੍ਰਭੂ। ਜੋ ਪ੍ਰਭੂ ਜੀ ਇਸ ਮੈਸੇਜ ਨੂੰ ਸੋਸ਼ਲ ਮੀਡੀਆ ਤੱਕ ਪਹੁੰਚਾਉਣ 'ਚ ਮਦਦ ਕਰ ਰਹੇ, ਉਹਨਾਂ ਨੂੰ ਵੀ ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਦੇ, ਤੇਰਾ ਨਾਮ ਮਹਿਮਾ ਪਾਏ, ਸਾਰਾ ਜਲਾਲ ਤੈਨੂੰ ਮਿਲੇ ਖੁਦਾ। ਤੇਰੀ ਆਸ਼ੀਸ਼ ਲਈ ਧੰਨਵਾਦ, ਇਹਨਾਂ ਵਚਨਾਂ ਲਈ ਤੇਰਾ ਧੰਨਵਾਦ ਖੁਦਾਵੰਦ। ਜਿਹੜੇ ਲੋਕ ਸਾਡੇ ਸੰਪਰਕ 'ਚ ਨੇ, ਚਾਹੇ ਉਹ ਚਰਚ ਦੇ ਵਿੱਚ ਮੈਂਬਰਸ਼ਿਪ 'ਚ ਨਹੀਂ, ਮਗਰ ਪ੍ਰਭੂ ਤੇਰੇ ਵਿੱਚ ਹੋਣ ਕਰਕੇ ਸਾਡੇ ਨਾਲ ਜੁੜੇ ਹੋਏ ਉਹ ਪਰਿਵਾਰ ਪ੍ਰਭੂ ਜਿਹੜੇ ਬਹੁਤ ਸਾਰੇ ਨੇ, ਅਦਰ ਚਰਚ ਦੇ ਨਾਲ ਜੁੜੇ ਨੇ, ਪਰ ਸਾਡਾ ਚਰਚ ਅਦਰ ਹੋ ਸਕਦਾ। ਯਿਸੂ ਤੂੰ ਇੱਕ ਹੀ ਹੈ, ਸਵਰਗ ਇੱਕ ਹੀ ਹੈ ਜਿੱਥੇ ਇਸ ਨੂੰ ਸਾਨੂੰ ਲੈ ਕੇ ਜਾ ਰਹੇ ਹਾਂ। ਪ੍ਰਭੂ ਯਿਸੂ ਸਭ ਲੋਕਾਂ ਤੇ ਤੇਰਾ ਫਜ਼ਲ ਹੋਵੇ, ਜਿੰਨੇ ਲੋਕ ਇਸ ਵਚਨ ਨੂੰ ਸੁਣ ਤੇਰੀ ਆਸ਼ੀਸ਼ ਪ੍ਰਾਪਤ ਕਰ, ਬਿਮਾਰ ਚੰਗੇ ਹੋਣ, ਅਗਿਆਨਤਾ 'ਚ ਜਿਹੜੇ ਲੋਕ ਨੇ ਗਿਆਨੀ ਬਣ, ਜਿਹੜੇ ਤੇਰੇ ਖੌਫ ਤੋਂ ਬਾਹਰ ਨੇ ਤੇਰੇ ਖੌਫ ਜਾਣ, ਔਰ ਨੂੰਹ ਦੀ ਤਰ੍ਹਾਂ ਧਰਮੀ ਬਣ, ਔਰ ਟਰਾਂਸਫਰਮੇਸ਼ਨ ਕਰਨ ਤੇਰੇ ਵਚਨ ਨੂੰ ਆਪਣੇ ਵਿੱਚੋਂ ਲੋਕਾਂ ਤੱਕ। ਜਿੰਨੇ ਲੋਕ ਪ੍ਰਭੂ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ, ਜਿਹੜੇ ਲੋਕ ਇਹਨਾਂ ਨੂੰ ਲਾਈਕ ਕਰਦੇ ਆ, ਜਿਹੜੇ ਲੋਕ ਇਹਨਾਂ ਤੋਂ ਵਚਨ ਨੂੰ ਸੁਣਦੇ ਆ, ਸਭਨਾਂ 'ਚ 100 ਗੁਣਾ ਆਸ਼ੀਸ਼ ਹੈ, ਉਹਨਾਂ ਨੂੰ ਫਲ ਮਿਲੇ ਪ੍ਰਭੂ ਜੀ, ਤੇਰੇ ਨਾਮ ਨੂੰ ਜਲਾਲ ਮਿਲੇ, ਸਾਨੂੰ ਸਾਰਿਆਂ ਨੂੰ ਬਰਕਤ ਮਿਲੇ। ਯਿਸੂ ਮਸੀਹ ਦੇ ਨਾਮ 'ਚ ਦੁਆ ਮੰਗਦੇ ਆ, ਆਮੀਨ। ਹੁਣ ਸਾਡੇ ਖੁਦਾਵੰਦ ਖੁਦਾ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਰਿਫਾਕਤ ਤੇ ਸ਼ਰਾਕਤ ਸਾਡੇ ਸਾਰਿਆਂ ਦੇ ਨਾਲ, ਉਹਦੇ तमाम ਈਮਾਨਦਾਰ ਤੇ ਸੰਤ ਸੇਵਕ ਜਨਾਂ ਦੇ ਨਾਲ, ਹੁਣ ਤੋਂ ਲੈ ਕੇ ਮਸੀਹ ਦੇ ਆਉਣ ਵਾਲੇ ਆਗਮਨ ਤੱਕ ਹਮੇਸ਼ਾ ਹਮੇਸ਼ਾ ਲਈ ਸਾਡੇ ਸਾਰਿਆਂ ਨਾਲ ਹੁੰਦੀ ਰਹੇ। ਆਮੀਨ।